ਅਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਏਕਾਧਿਕਾਰ ਪ੍ਰਤੀਯੋਗਿਤਾ, ਕੀਮਤ ਅਤੇ ਉਤਪਾਦਨ ਨਾਲ ਸੰਬੰਧਿਤ ਫੈਸਲੇ। ਕਿ ਏਕਾਧਿਕਾਰ ਪ੍ਰਤੀਯੋਗਿਤਾ ਹੈ ਜਿਹੜੀ ਸਾਡੀ ਮੋਨੋਪਿਸਟਿਕ ਕੰਪੀਟੀਸ਼ਨ, ਉਹਦੇ ਵਿੱਚ ਪ੍ਰਾਈਸ ਤੇ ਆਊਟਪੁੱਟ ਡਿਟਰਮੀਨੇਸ਼ਨਸ ਨਾਲ ਜਿਹੜੇ ਡਿਸੀਜਨਸ ਨੇ ਉਹ ਫਰਮ ਕਿੱਦਾਂ ਲੈਂਦੀ ਆ। ਮੀਨਸ ਮੋਨੋਪਲਿਸਟਿਕ ਕਹਿੰਦੇ ਇੱਕ ਟਾਈਪਸ ਆਫ ਮਾਰਕੀਟ ਹੈ, ਠੀਕ ਹੈ। ਮਾਰਕੀਟ ਦੇ ਵਿੱਚ ਫਰਮਸ ਹੁੰਦੀਆਂ ਨੇ ਮੋਨੋਪਲਿਸਟਿਕ ਫਰਮਸ, ਠੀਕ ਹੈ। ਤੇ ਉਹਨਾਂ ਨੇ ਡਿਸੀਜਨਸ ਲੈਣਾ ਹੁੰਦਾ ਹੈ ਕਿ ਉਹ ਪ੍ਰਾਈਸ ਕਿੰਨੀਆਂ ਫਿਕਸ ਕਰਨ, ਤੇ ਪ੍ਰਾਈਸ ਕੌਣ ਫਿਕਸ ਕਰੇਗਾ, ਐਂਡ ਤੇ ਉਸ ਤੋਂ ਬਾਅਦ ਆਊਟਪੁੱਟ ਉਹਨਾਂ ਦੇ ਪ੍ਰੋਡਕਸ਼ਨ ਦੀ ਕਿੰਨੀ ਹੋਣੀ ਚਾਹੀਦੀ ਆ। ਅੱਜ ਆਪਾਂ ਇਸ ਲੈਕਚਰ ਦੇ ਵਿੱਚ ਇਹ ਦੇਖਾਂਗੇ। ਤੇ ਇਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਮਾਰਕੀਟ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀ। ਮਾਰਕੀਟ ਦੇ ਵਿੱਚ ਕਹਿੰਦੇ ਟੂ ਐਕਸਟ੍ਰੀਮ ਸਿਚੁਏਸ਼ਨ ਸੀਗੀਆਂ ਜਿਹੜੀਆਂ ਆਪਾਂ ਨੇ ਇਸ ਤੋਂ ਪਹਿਲਾਂ ਸਟੱਡੀ ਕੀਤੀਆਂ ਸੀਗੀਆਂ। ਇੱਕ ਆਪਾਂ ਨੇ ਕੀਤਾ ਸੀ ਪਰਫੈਕਟ ਕੰਪੀਟੀਸ਼ਨ, ਇੱਕ ਆਪਾਂ ਨੇ ਕੀਤਾ ਸੀਗਾ ਮੋਨੋਪੋਲੀ। ਜਦੋਂ ਆਪਾਂ ਨੇ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਦੇ ਵਿੱਚ ਪ੍ਰਾਈਸ ਤੇ ਆਊਟਪੁੱਟ ਡਿਟਰਮੀਨੇਸ਼ਨ ਦੇਖਿਆ ਸੀਗਾ। ਤੇ ਜਿਹੜੀ ਇਹ ਵਾਲੀ ਆਪਣੀ ਮੋਨੋਪਲਿਸਟਿਕ ਹੈ, ਇਹ ਐਕਚੁਅਲ ਦੇ ਵਿੱਚ ਮਾਰਕੀਟ ਦੀ ਰੀਅਲ ਸਿਚੁਏਸ਼ਨ ਹੈ। ਕਹਿੰਦੇ ਮੋਸਟਲੀ ਇਹ ਜਿਹੜੀ ਮੋਨੋਪਲਿਸਟਿਕ ਹੈ ਇਹ ਮਿਡਵੇ ਹੁੰਦਾ, ਇਹ ਦੋਨਾਂ ਤੋਂ ਮਿਲ ਕੇ ਬਣਦੀ ਹੈ। ਇਹਦੇ ਵਿੱਚ ਕੁਝ ਫੀਚਰਸ ਨੇ ਜਿਹੜੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਹੁੰਦੇ ਨੇ, ਐਂਡ ਕੁਝ ਫੀਚਰਸ ਇਹਦੇ ਵਿੱਚ ਮੋਨੋਪੋਲੀ ਦੇ ਹੁੰਦੇ ਨੇ, ਠੀਕ ਹੈ। ਤਾਂ ਐਕਚੁਅਲ ਬਾਜ਼ਾਰ ਦੇ ਵਿੱਚ ਓਨਲੀ ਵੀ ਜ਼ਿਆਦਾਤਰ ਮੋਨੋਪਲਿਸਟਿਕ ਕੰਪੀਟੀਸ਼ਨ ਆ ਜਿਹੜਾ ਮਾਰਕੀਟ ਦੇ ਵਿੱਚ ਉਹੀ ਪਾਇਆ ਜਾਂਦਾ ਹੈ। ਤਾਂ ਇਹਨੂੰ ਆਪਾਂ ਕੀ ਕਹਿੰਦੇ ਆ, ਇੰਪਰਫੈਕਟ ਕੰਪੀਟੀਸ਼ਨ ਕਹਿੰਦੇ ਆ। ਤਾਂ ਇੰਪਰਫੈਕਟ ਕੰਪੀਟੀਸ਼ਨਸ ਦੇ ਵਿੱਚ 3 ਸਿਚੁਏਸ਼ਨਸ ਆਉਂਦੀਆਂ ਨੇ। ਇਹਦੇ ਵਿੱਚ ਇੱਕ ਤਾਂ ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਮੋਨੋਪਲਿਸਟਿਕ ਕੰਪੀਟੀਸ਼ਨ ਆਉਂਦਾ, ਦੂਸਰਾ ਓਲੀਗੋਪੋਲੀ ਆਉਂਦੀ ਹੈ, ਐਂਡ ਤੀਸਰਾ ਡਿਓਪੋਲੀ ਆਉਂਦੀ ਹੈ। ਤਾਂ ਆਪਾਂ ਇਹਨਾਂ ਨੂੰ ਵੀ ਪੜਾਂਗੇ। ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਨੂੰ ਤਾਂ ਆਪਾਂ ਪੜ ਚੁੱਕੇ ਹਾਂ। ਤਾਂ ਉਹਨਾਂ ਦੀ ਵਿੱਚ ਵਾਲੀ ਪੋਜੀਸ਼ਨ ਇੰਪਰਫੈਕਟ ਕੰਪੀਟੀਸ਼ਨ ਹੈ, ਐਂਡ ਮੋਨੋਪਲਿਸਟਿਕ ਕੰਪੀਟੀਸ਼ਨ ਉਸਦਾ ਹੀ ਪਾਰਟ ਹੈ, ਮਾਰਕੀਟ ਫਾਰਮ ਹੈ। ਤਾਂ ਸਭ ਤੋਂ ਪਹਿਲਾਂ 1933 ਦੇ ਵਿੱਚ ਕਹਿੰਦੇ ਆਪਣਾ ਜੌਨ ਰੋਬਿਨਸ ਨੇ, ਮਿਸਟਰ ਜੌਨ ਰੋਬਿਨਸ ਨੇ ਆਪਣੀ ਬੁੱਕ ਦੇ ਵਿੱਚ ਪਬਲਿਸ਼ ਕੀਤਾ ਸੀ। ਬੁੱਕ ਦਾ ਨਾਮ ਕੀ ਸੀ? ਦਾ ਇਕਨੋਮਿਕਸ ਆਫ ਇੰਪਰਫੈਕਟ ਕੰਪੀਟੀਸ਼ਨ, ਠੀਕ ਹੈ, ਜਿਹੜੀ ਇੰਗਲੈਂਡ ਦੇ ਵਿੱਚ ਲਿਖੀ ਹੋਈ ਸੀ। ਉਸ ਤੋਂ ਬਾਅਦ ਚੈਂਬਰਲਿਨ ਨੇ ਵੀ ਆਪਣੀ ਬੁੱਕ ਦੇ ਵਿੱਚ ਜਿਹੜੀ ਇੰਪਰਫੈਕਟ ਕੰਪੀਟੀਸ਼ਨ ਸੀਗੀ, ਮੋਨੋਪਲਿਸਟਿਕ ਕੰਪੀਟੀਸ਼ਨ, ਉਹਦੀ ਗੱਲ ਕੀਤੀ ਸੀਗੀ। ਤਾਂ ਉਹਨਾਂ ਨੇ ਕੀ ਕਿਹਾ ਸੀਗਾ ਕਿ ਇਫ ਮਾਰਕੀਟ ਇਜ਼ ਅਨਆਰਗਨਾਈਜ਼ਡ, ਕਹਿੰਦੇ ਅਗਰ ਇੱਕ ਮਾਰਕੀਟ ਅਨਆਰਗਨਾਈਜ਼ਡ ਹੈ, ਆਰਗਨਾਈਜ਼ਡ ਵੇ ਦੇ ਨਾਲ ਕੰਮ ਨਹੀਂ ਕਰ ਰਹੀ, ਇਫ ਬਾਇਰਸ ਐਂਡ ਸੈਲਰਸ ਫਾਈਂਡ ਡਿਫਿਕਲਟੀ in contracting one another and if they fail to compare the product bought by them, ਕਹਿੰਦੇ ਜੇਕਰ ਬਾਇਰਸ ਤੇ ਜਿਹੜੇ ਸੈਲਰਸ ਨੇ ਉਹ ਵੀ ਮਾਰਕੀਟ ਦੇ ਵਿੱਚ ਈਜ਼ੀਲੀ ਇੱਕ ਦੂਸਰੇ ਨਾਲ ਕੰਟੈਕਟ ਨਹੀਂ ਕਰ ਪਾਉਂਦੇ ਤੇ ਉਹ ਆਪਣੇ ਪ੍ਰੋਡਕਟਸ ਨੂੰ ਬਾਏ ਤੇ ਸੇਲ ਕਰਨ ਦੇ ਵਿੱਚ ਪ੍ਰੋਬਲਮ ਫੇਸ ਕਰਦੇ ਨੇ। ਐਂਡ ਇਫ ਦੇ ਕੈਨ ਨਾਟ ਕੰਪੇਅਰ ਦਾ ਪ੍ਰਾਈਸਿਸ ਪੇਡ ਬਾਈ ਹਿਮ, ਤੇ ਉਹ ਜਿਹੜਾ ਗੁਡਸ ਦਾ ਪ੍ਰਾਈਸਿਸ ਹੈ ਪੇ ਕਰ ਰਹੇ ਨੇ ਕਸਟਮਰ, ਉਹ ਉਹਨੂੰ ਕੰਪੇਅਰ ਨਹੀਂ ਕਰ ਸਕਦੇ ਕਿ ਦੂਸਰੀਆਂ ਗੁਡਸ ਦਾ ਪ੍ਰਾਈਸ ਕਿੰਨਾ ਹੈ। then we face a situation of imperfect competition। तब ਆਪਾਂ imperfect competition ਦੀ ਜਿਹੜੀ ਸਿਚੁਏਸ਼ਨ ਆ ਇਹ ਫੇਸ ਕਰ ਰਹੇ ਹੁੰਦੇ ਆ, ਜਾਂ ਤਾਂ ਮੋਨੋਪਲਿਸਟਿਕ ਕੰਪੀਟੀਸ਼ਨ, ਜਾਂ ਓਲੀਗੋਪੋਲੀ, ਜਾਂ ਫਿਰ ਡਿਓਪੋਲੀ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ what is monopolistic competition। ਜਿਹੜਾ monopolistic competition ਆ ਉਹ ਹੈ ਕੀ? The concept of monopolistic competition was present by American economist Professor E.H. Chamberlain। ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਅਮਰੀਕਨ ਇਕੋਨੋਮਿਸਟ ਆ E.H. ਚੈਂਬਰਲਿਨ, ਉਹਨੇ ਮੋਨੋਪਲਿਸਟਿਕ ਕੰਪੀਟੀਸ਼ਨ ਨੂੰ ਰਿਪਰੈਜ਼ੈਂਟ ਕੀਤਾ ਸੀਗਾ। ਉਹਨੇ ਆਪਣੀ ਬੁੱਕ ਦੇ ਵਿੱਚ ਦਾ ਥਿਊਰੀ ਆਫ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ 1933 ਦੇ ਵਿੱਚ ਇਹਨੂੰ ਪਬਲਿਸ਼ ਕੀਤਾ ਸੀਗਾ। ਉਹਨਾਂ ਨੇ ਬੋਲਿਆ ਕਿ ਮੋਨੋਪਲਿਸਟਿਕ ਕੰਪੀਟੀਸ਼ਨ ਇਜ਼ ਦਾ ਮਾਰਕੀਟ ਸਟਰਕਚਰਸ ਇਨ ਵਿਚ ਦੇयर ਆਰ ਮੈਨੀ ਸੈਲਰਸ ਆਫ ਅ ਕਮੋਡਿਟੀ ਐਂਡ ਦਾ ਪ੍ਰੋਡਕਟ ਆਫ ਈਚ ਸੈਲਰ ਡਿਫਰ ਫਰੋਮ ਦਾ ਅਦਰ ਸੈਲਰਸ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ, ਜਦੋਂ ਮੋਨੋਪਲਿਸਟਿਕ ਕੰਪੀਟੀਸ਼ਨ ਹੁੰਦਾ ਮਾਰਕੀਟ ਦੇ ਵਿੱਚ, ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਸੈਲਰਸ ਹੁੰਦੇ ਨੇ, ਲੇਕਿਨ ਕਹਿੰਦੇ ਜਿੰਨੇ ਵੀ ਸੈਲਰਸ ਹੁੰਦੇ ਨੇ ਉਹਨਾਂ ਦੇ ਜਿਹੜੇ ਪ੍ਰੋਡਕਟਸ ਹੁੰਦੇ ਨੇ ਉਹ ਇੱਕ ਦੂਸਰੇ ਤੋਂ ਕੀ ਹੁੰਦੇ ਨੇ, ਡਿਫਰੈਂਟ ਹੁੰਦੇ ਨੇ। ਪ੍ਰੋਡਕਟਸ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ, ਉਹ ਇੱਕ ਦੂਸਰੇ ਤੋਂ ਕੀ ਹੁੰਦੇ ਨੇ, ਅਲੱਗ ਹੁੰਦੇ ਨੇ। ਕਿਸ ਬੇਸ ਤੇ ਅਲੱਗ ਹੁੰਦੇ ਨੇ? ਕਹਿੰਦੇ ਪ੍ਰੋਡਕਟ ਡਿਫਰੈਂਸ਼ੀਏਟ ਇਜ਼ ਦਾ ਹਾਲਮਾਰਕ। ਜਦ ਤੱਕ ਕਹਿੰਦੇ ਹਾਲਮਾਰਕ ਦੇ ਬੇਸ ਤੇ ਅਲੱਗ ਹੁੰਦੇ ਨੇ, ਜਾਂ ਫਿਰ ਕਹਿੰਦੇ ਕਈ ਤਰ੍ਹਾਂ ਦੇ ਸੈਵਰਲ ਵੇ ਨੇ ਜਿਨ੍ਹਾਂ ਦੇ ਬੇਸ ਤੇ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ, ਜਿਵੇਂ ਕਿ ਫॉर एग्जांपल डिफरेंट ब्रांड्स ऑफ द प्रोडक्ट्स, डिफरेंट ब्रांड ਦਾ ਕੋਈ ਪ੍ਰੋਡਕਟ ਹੁੰਦਾ ਹੈ, ਐਂਡ ਡਿਫਰੈਂਟ ਟ੍ਰੇਡਮਾਰਕਸ ਹੁੰਦੇ ਨੇ ਪ੍ਰੋਡਕਟਸ ਤੇ, ਐਂਡ ਡਿਫਰੈਂਟ ਸ਼ੇਪ ਹੁੰਦੀ ਆ, ਡਿਫਰੈਂਟ ਕਲਰ ਹੁੰਦਾ, ਡਿਫਰੈਂਟ ਪੈਕਿੰਗ ਹੁੰਦੀ ਆ, ਡਿਫਰੈਂਟ ਕੁਆਂਟੀਟੀ ਹੁੰਦੀ ਆ, ਠੀਕ ਹੈ, ਡਿਫਰੈਂਟ ਸਾਈਜ਼ ਹੁੰਦਾ। ਇਸ ਬੇਸ ਤੇ ਕਹਿੰਦੇ ਹਰ ਇੱਕ ਜਿਹੜਾ ਸੈਲਰ ਹੈ ਉਹਦਾ ਪ੍ਰੋਡਕਟ ਦੂਸਰੇ ਦੇ ਨਾਲੋਂ ਕੀ ਹੋਏਗਾ, ਡਿਫਰੈਂਟ ਹੋਏਗਾ। ਫॉर एग्जांपल ਜਿਵੇਂ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਸ ਦੇ ਕਾਰਨ ਆਪਾਂ ਨੂੰ ਪਤਾ ਲੱਗਦਾ ਹੈ ਕਿ ਮਾਰਕੀਟ ਵਿੱਚ ਮੋਨੋਪਲਿਸਟਿਕ ਕੰਪੀਟੀਸ਼ਨ ਪਾਇਆ ਜਾਂਦਾ ਹੈ, ਇੰਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ। ਜਿਵੇਂ ਕਿ ਫॉर एग्जांपल ਆਪਾਂ ਬਾਥ ਸੋਪ ਲੈਣ ਜਾਂਦੇ ਹਾਂ ਮਾਰਕੀਟ ਦੇ ਵਿੱਚ,
ਤਾਂ ਬਾਥ ਸੋਪ ਡਿਫਰੈਂਟ ਨੇਮਸ ਤੇ ਬ੍ਰਾਂਡਸ ਦਾ ਹੁੰਦਾ, ਜਿਵੇਂ ਕਿ ਤੁਸੀਂ ਮੰਨ ਸਕਦੇ ਹੋ ਡਿਫਰੈਂਟ ਨੇਮਸ ਬਾਥ ਸੋਪ ਦੇ ਨੇ, ਜਿਵੇਂ ਕਿ ਲਕਸ ਆ ਗਿਆ, ਬਰੀਜ਼ ਆ ਗਿਆ, ਲਾਈਫ ਬॉय ਆ ਗਿਆ, ਨੰਬਰ 1 ਆ ਗਿਆ, ਡੈਟੋਲ ਆ ਗਿਆ, ਠੀਕ ਹੈ। ਐਂਡ ਇਸ ਤਰ੍ਹਾਂ ਦੇ ਡਿਫਰੈਂਟ ਵੈਰਾਈਟੀਜ਼ ਨੇ ਜਿਹੜੀਆਂ ਆਪਾਂ ਸੋਪ ਦੀਆਂ ਬਾਏ ਕਰ ਸਕਦੇ ਹਾਂ। ਤਾਂ ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਸਾਰੇ ਜਿਹੜੇ ਸੈਲਰਸ ਨੇ ਉਹ ਕੀ ਨੇ, ਸੋਪ ਪ੍ਰੋਡਿਊਸ ਕਰਦੇ ਨੇ, ਲੇਕਿਨ ਸੋਪ ਦੀ ਕੁਆਲਿਟੀ ਐਂਡ ਜੋ ਹੈ ਸੋਪ ਦਾ ਪ੍ਰਾइस एंड शेप साइज, ठीक है, एंड इंग्रेडिएंट सब कुछ की ਹੁੰਦਾ डिफरेंट ਹੁੰਦਾ, नेम भी डिफरेंट ਹੁੰਦਾ। दिस इज द एग्जांपल्स ऑफ ਮੋਨੋਪੋਲਿਸਟਿਕ ਕੰਪੀਟੀਸ਼ਨ। ਤੇ ਹੋਰ ਐਗਜ਼ਾਮਪਲਸ ਵੀ ਲੈ ਸਕਦੇ ਹੋ ਤੁਸੀਂ, ਜਿਵੇਂ ਕਿ ਤੁਸੀਂ ਟੂਥਪੇਸਟ ਦੀ ਐਗਜ਼ਾਮਪਲ ਲੈ ਸਕਦੇ ਹੋ, ਜਿਵੇਂ ਕਿ ਡਿਫਰੈਂਟ ਟਾਈਪਸ ਆਫ ਟੂਥਪੇਸਟ ਨੇ ਜਿਹੜੇ ਮਾਰਕੀਟ ਦੇ ਵਿੱਚ ਡਿਫਰੈਂਟ ਸੈਲਰਸ ਦੇ ਦੁਆਰਾ ਅਵੇਲੇਬਲ ਹੁੰਦੇ ਨੇ, ਜਾਂ ਫਿਰ ਤੁਸੀਂ ਕੋਲਡ ਡਰਿੰਕਸ, ਸੌਫਟ ਡਰਿੰਕਸ ਦੀ ਐਗਜ਼ਾਮਪਲ ਵੀ ਲੈ ਸਕਦੇ ਹੋ। ਇਸ ਤਰ੍ਹਾਂ ਕਹਿੰਦੇ ਜਿਹੜੀ ਹੁੰਦਾ ਨੋ ਅਦਰ ਫਰਮਸ, ਕਹਿੰਦੇ ਕੋਈ ਵੀ ਇੱਕ ਫਰਮ ਦੂਸਰੇ ਜਿਹੜੀ ਫਰਮ ਹੈ ਉਹਦੇ ਪ੍ਰੋਡਕਟ ਦਾ ਨੇਮ ਸੇਮ ਨਹੀਂ ਲੈ ਸਕਦੀ, ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ ਹੈ। ਜਿਵੇਂ ਕਿ ਡਿਫਰੈਂਟ ਜਿਹੜੇ ਮੈਨੂਫੈਕਚਰਿੰਗ ਫਰਮਸ ਨੇ ਉਹ ਡਿਫਰੈਂਟ ਟਾਈਪਸ ਆਫ ਜਿਹੜੇ ਸੋਪਸ ਨੇ ਉਹ ਕੀ ਕਰਦੀਆਂ ਨੇ, ਪ੍ਰੋਡਿਊਸ ਕਰਦੀਆਂ ਨੇ। ਕਹਿੰਦੇ ਮੋਨੋਪੋਲਿਸਟਿਕ ਤੇ ਪਰਫੈਕਟ ਕੰਪੀਟੀਸ਼ਨ, ਮੋਨੋਪੋਲੀ ਤੇ ਪਰਫੈਕਟ ਕੰਪੀਟੀਸ਼ਨਸ ਜਿਹੜੀਆਂ ਮਾਰਕੀਟ ਦੇ ਵਿੱਚ ਪਹਿਲਾਂ ਆਪਾਂ ਨੇ ਦੇਖਿਆ ਸੀ ਫਾਈਂਡ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਵਾਲੀ ਸਿਚੁਏਸ਼ਨ ਹੈ ਇਹ। ਕਹਿੰਦੇ ਮੈਨੀ ਸੈਲਰਸ, ਕਹਿੰਦੇ ਇਹਦੇ ਵਿੱਚ ਜਿਹੜੇ ਸੈਲਰਸ ਨੇ ਉਹ ਗੁੱਡਸ ਨੂੰ ਪ੍ਰੋਡਿਊਸ ਕਰਦੇ ਨੇ ਜਿਹੜੀ ਇੱਕ ਦੂਸਰੇ ਤੇ ਕੀ ਹੁੰਦੀਆਂ ਨੇ, ਕਲੋਜ਼ ਸਬਸਟੀਟਿਊਸ਼ਨ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਸੋਪ ਦੀ ਐਗਜ਼ਾਮਪਲ ਲੈ ਸਕਦੇ ਹੋ, ਤਾਂ ਜਿਹੜਾ ਸੋਪ ਦੇ ਡਿਫਰੈਂਟ ਟਾਈਪਸ ਨੇ ਉਹ ਇੱਕ ਦੂਸਰੇ ਦੀ ਕੀ ਨੇ, ਕਲੋਜ਼ ਸਬਸਟੀਟਿਊਸ਼ਨਸ ਨੇ। ਆਪਾਂ ਇੱਕ ਸੋਪ ਦੀ ਜਗ੍ਹਾ ਤੇ ਜਿਹੜਾ ਦੂਸਰਾ ਸੋਪ ਹੈ ਉਹ ਯੂਜ਼ ਕਰ ਸਕਦੇ ਹਾਂ। ਤਾਂ ਹਰ ਇੱਕ ਪ੍ਰੋਡਿਊਸਰਸ ਆਪਣੇ ਗੁੱਡ ਦੀ ਪ੍ਰੋਡਕਸ਼ਨਸ ਕਿਉਂ ਕਰਦਾ ਹੈ, ਤਾਂ ਕਿਉਂ ਡਿਫਰੈਂਟ ਰੱਖਦਾ ਹੈ, ਤਾਂ ਜੋ ਉਹਦਾ ਪ੍ਰੋਫਿਟ ਮੈਕਸਿਮਾਈਜੇਸ਼ਨ ਉਹ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਹੋਵੇ। ਕਹਿੰਦੇ ਮੋਨੋਪੋਲਿਸਟਿਕ ਕੰਪੀਟੀਸ਼ਨ ਉਹ ਸਿਚੁਏਸ਼ਨ ਹੈ ਜਿਹੜੀ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਦੇ ਅੰਡਰ ਵਾਲੀ ਹੈ। ਅੰਡਰ ਜਿਵੇਂ ਕਿ ਪਰਫੈਕਟ ਕੰਪੀਟੀਸ਼ਨ ਦੇ ਆਪਾਂ ਦੇਖਿਆ ਸੀਗਾ ਲਾਰਜ ਨੰਬਰ ਆਫ ਸੈਲਰ ਸੀਗੇ, ਇੱਥੇ ਵੀ ਕਹਿੰਦੇ ਸੈਲਰਸ ਕਾਫੀ ਸਾਰੇ ਨੇ, ਲੇਕਿਨ ਉੱਥੇ ਕਿਸੇ ਪ੍ਰੋਡਕਟ ਹੋਮੋਜੀਨੀਅਸ ਸੀ, ਲੇਕਿਨ ਇੱਥੇ ਪ੍ਰੋਡਕਟ ਡਿਫਰੈਂਸ਼ੀਏਟ ਆ। ਉੱਥੇ ਵੀ ਨਿਊ ਫਰਮਸ ਐਂਟਰ ਕਰ ਸਕਦੇ ਸੀ ਤੇ ਪੁਰਾਣੀ ਫਰਮਾਂ ਜਾ ਸਕਦੀਆਂ ਸੀ। ਮੋਨੋਪੋਲਿਸਟਿਕ ਦੇ ਵਿੱਚ ਵੀ ਨਿਊ ਫਰਮਸ ਆ ਸਕਦੀਆਂ ਨੇ, ਪੁਰਾਣੀ ਫਰਮਾਂ ਛੱਡ ਕੇ ਜਾ ਸਕਦੀਆਂ ਨੇ। ਲੇਕਿਨ ਮੋਨੋਪੋਲੀ ਦੇ ਵਿੱਚ ਕੀ ਸੀਗਾ, ਮੋਨੋਪੋਲੀ ਦੇ ਵਿੱਚ ਓਨਲੀ 1 ਸੈਲਰ ਸੀਗਾ ਤੇ ਪ੍ਰਾਈਸ ਤੇ ਕੰਟਰੋਲ ਸੀਗਾ। ਆਪਣੇ ਅਕੋਰਡਿੰਗ ਆਪਣੇ ਪ੍ਰੋਡਕਟ ਦੀ ਜੋ 1 ਸੈਲਰ ਸੀਗਾ ਪ੍ਰਾਈਸ ਫਿਕਸ ਕਰਦਾ ਸੀ ਤੇ ਆਊਟਪੁੱਟ ਵੀ ਉਹਦੇ ਅੰਡਰ ਹੀ ਸੀਗੀ। ਤਾਂ ਇਸੇ ਤਰ੍ਹਾਂ ਜਿਹੜਾ ਮੋਨੋਪੋਲਿਸਟਿਕ ਹੈ ਉਹਦੇ ਵਿੱਚ ਵੀ ਇੱਕ ਸੈਲਰ ਆਪਣੇ ਪ੍ਰੋਡਕਟ ਨੂੰ ਡਿਫਰੈਂਟ ਵੇ, ਡਿਫਰੈਂਟ ਟਾਈਪ ਦੇ ਨਾਲ ਦੂਸਰੇ ਦੇ ਵੱਲੋਂ ਕੀ ਕਰੇਗਾ, ਪ੍ਰੋਡਿਊਸ ਕਰੇਗਾ, ਜਿਹਦੇ ਪ੍ਰਾਈਸ ਤੇ ਉਹਦਾ ਕੀ ਹੋਏਗਾ, ਫੁੱਲ ਕੰਟਰੋਲ ਹੋਏਗਾ। ਤਾਂ ਕਹਿੰਦੇ ਆਪਾਂ ਲਿੰਗ ਚੌਂਗ ਚਾਹ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਕਹਿ ਸਕਦੇ ਹਾਂ, ਮੋਨੋਪੋਲਿਸਟਿਕ ਕੰਪੀਟੀਸ਼ਨ ਇਜ਼ ਦ ਮਾਰਕੀਟ ਸਿਚੁਏਸ਼ਨਸ ਵੇਅਰ there are many producers but each offer a slightly different product। लेकिन हर एक ਜਿਹੜਾ seller है वो दूसरे ਦੇ ਨਾਲੋਂ ਜਿਹੜਾ different product है वो ਕੀ ਕਰ ਰਿਹਾ, produce ਕਰ ਰਿਹਾ। ਤਾਂ there are some features of monopolistic competition, ਆਪਾਂ ਉਹਨਾਂ ਨੂੰ ਦੇਖਦੇ ਹਾਂ। first is a large number of sellers। ਤਾਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੀ ਹੁੰਦਾ, ਲਾਰਜ ਨੰਬਰ ਆਫ ਫਰਮਸ ਹੁੰਦੀਆਂ ਨੇ ਜਿਹੜੇ ਡਿਫਰੈਂਟ ਪ੍ਰੋਡਕਟਸ ਨੂੰ ਕੀ ਕਰਦੀਆਂ ਨੇ, ਪ੍ਰੋਡਿਊਸ ਕਰਦੀਆਂ ਨੇ। ਤੇ ਇੱਥੇ ਜਿਹੜੇ ਬਾਇਰਸ ਹੁੰਦੇ ਨੇ ਉਹ ਵੀ ਬਹੁਤ ਸਾਰੇ ਹੁੰਦੇ ਨੇ, ਜਿਵੇਂ ਕਿ ਬਾਥ ਸੋਪ ਤੇ ਕੋਲਗੇਟਸ ਨੂੰ ਲੈਣ ਵਾਲੇ ਬਾਇਰਸ ਕੀ ਨੇ, ਆਪਾਂ ਸਾਰੇ ਪੀਪਲਸ ਇਹਨਾਂ ਨੂੰ ਬਾਏ ਕਰਦੇ ਆ। ਦੈਨ ਲਾਰਜ ਨੰਬਰ ਆਫ ਬਾਇਰਸ ਐਂਡ ਲਾਰਜ ਨੰਬਰ ਆਫ ਸੈਲਰਸ ਹੁੰਦੇ ਨੇ ਇਨ ਮੋਨੋਪੋਲਿਸਟਿਕ ਕੰਪੀਟੀਸ਼ਨ। ਐਂਡ ਦ ਸੈਕੰਡ ਇਜ਼ ਪ੍ਰੋਡਕਟ ਡਿਫਰੈਂਸ਼ੀਏਟ। ਕਹਿੰਦੇ product differentiate is a main feature of slightly feature of monopolistic competition। क्योंकि product differentiate means at any point of the time consumers की करता different word use करता different products ਦੇ ਲਈ, ਠੀਕ ਹੈ, ਕਿਉਂਕਿ ਉਹਨਾਂ ਦੇ names different ਹੁੰਦੇ ਨੇ, shape different ਹੁੰਦੀ ਹੈ, ingredients different ਹੁੰਦੇ ਨੇ, ਠੀਕ ਹੈ, brand name, trademark ਸਭ ਕੁਝ ਕੀ ਹੁੰਦਾ, different ਹੁੰਦਾ। ਜਿਵੇਂ ਕਿ ਪ੍ਰੋਡਕਟ ਡਿਫਰੈਂਸ਼ੀਏਟ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਠੀਕ ਹੈ। ਇਹ ਡਿਊਰੇਬਿਲਿਟੀ ਤੇ ਕੁਆਲਿਟੀ ਵੀ ਇਹਨਾਂ ਦੀ ਡਿਫਰੈਂਟ ਹੁੰਦੀ ਹੈ, ਠੀਕ ਹੈ। ਜਿਵੇਂ ਕਿ ਸੋਪ ਦੀ ਮੈਂ ਤੁਹਾਨੂੰ ਐਗਜ਼ਾਮਪਲਸ ਦਿੱਤੀ ਹੈ। ਸੋਪ ਮੋਨੋਪੋਲਿਸਟਿਕ ਕੰਪੀਟੀਸ਼ਨ, ਮੋਨੋਪੋਲਿਸਟਿਕ ਫਰਮਸ ਦੀ ਕੀ ਹੈ, ਪ੍ਰੋਡਕਸ਼ਨ ਹੈ। ਡਿਫਰੈਂਟ ਸੈਲਰਸ ਨੇ ਜਿਹੜੇ ਡਿਫਰੈਂਟ ਟਾਈਪਸ ਆਫ ਸੋਪਸ ਨੇ ਜਿਹੜੇ ਉਹ ਪ੍ਰੋਡਿਊਸ ਕਰਦੇ ਨੇ, ਜਿਵੇਂ ਕਿ ਹੈਮਨ ਹੋ ਗਿਆ, ਰੈਕਸੋਨਾ ਹੋ ਗਿਆ, ਲਕਸ ਹੋ ਗਿਆ, ਗੋਦਰੇਜ ਹੋ ਗਿਆ, ਡੈਟੋਲ ਹੋ ਗਿਆ, ਲਾਈਫ ਪੇ ਹੋ ਗਿਆ, ਬਰੀਜ਼ ਹੋ ਗਿਆ, ਨੰਬਰ 1 ਹੋ ਗਿਆ। देयर आर सम एग्जांपल्स ऑफ प्रोडक्ट डिफरेंशिएट। एंड उस तो बाद की है फ्रीडम ऑफ एंट्री एंड अर्जेस। परफेक्ट कंपटीशन की तरह भी मोनोपोलिस्टिक कंपटीशन दे विच, मोनोपोलिस्टिक मार्केट दे विच कोई भी न्यू फर्म एंटर
ਹੋ ਸਕਦੀ ਆ ਤੇ ਪੁਰਾਣੀ ਫਰਮ ਇੰਡਸਟਰੀ ਨੂੰ ਲੀਵ ਕਰ ਸਕਦੀ ਆ। ਇੱਥੇ ਕਹਿੰਦੇ ਚੈਂਬਰਲਿਨ ਨੇ ਇਹ ਇੰਡਸਟਰੀ ਦੀ ਜਗ੍ਹਾ ਤੇ ਆ ਗਰੁੱਪ ਯੂਜ਼ ਕੀਤਾ, ਆ ਗਰੁੱਪ ਆਫ ਫਰਮਸ ਮੋਨੋਪਿਸਟਿਕ ਕੰਪੀਟੀਸ਼ਨ ਦੇ ਵਿੱਚ, ਜਿਹਦੇ ਵਿੱਚ ਕੀ ਆ ਇੱਕੋ ਤਰ੍ਹਾਂ ਦੇ ਪ੍ਰੋਡਕਟਸ ਨੇ ਜਿਹੜੇ ਉਹ ਪ੍ਰੋਡਿਊਸ ਕਰਦੀਆਂ ਨੇ ਫਰਮਸ, ਜਿਨ੍ਹਾਂ ਦੇ ਵਿੱਚ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ ਲੇਕਿਨ ਉਹ ਇੱਕ ਦੂਸਰੇ ਦੇ ਕੀ ਹੁੰਦੇ ਨੇ, ਕ੍ਰੋਸ ਸਬਸਟੀਟਿਊਸ਼ਨ ਹੁੰਦੇ ਨੇ। ਐਂਡ ਦ ਨੈਕਸਟ ਇਜ਼ ਸੈਲਿੰਗ ਕਾਸਟ। ਕਹਿੰਦੇ ਜੋ ਵੀ ਪ੍ਰੋਡਕਟ ਪ੍ਰੋਡਿਊਸ ਕੀਤਾ ਜਾਂਦਾ ਹੈ ਮੋਨੋਪਿਸਟਿਕ ਕੰਪੀਟੀਸ਼ਨ ਦੇ ਵਿੱਚ, ਉਹਦੇ ਵਿੱਚ ਕੀ ਹੁੰਦੀ ਹੈ, ਸੈਲਿੰਗ ਕਾਸਟ ਆਉਂਦੀ ਆ। ਸੈਲਿੰਗ ਕਾਸਟ ਮਤਲਬ ਹੁੰਦਾ ਹੈ ਕਿ ਪ੍ਰੋਡਕਸ਼ਨ ਤੋਂ ਬਾਅਦ ਜਦੋਂ ਆਪਾਂ ਨੇ ਆਪਣੇ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਤਾਂ ਕਸਟਮਰਸ ਨੂੰ ਅਵੇਅਰ ਕਰਨਾ, ਨੌਲੇਜ ਦੇਣਾ ਕਿ ਇਹ ਸਾਡਾ ਪ੍ਰੋਡਕਟ ਹੈ, ਇਹਦੇ ਇੰਨਾ ਪ੍ਰਾਈਸ ਹੈ, ਇਹਦੇ ਇਹ ਫਾਇਦੇ ਨੇ, ਇਸ ਮੋਟੀਵੇਟ ਕਰਨਾ। ਐਡਵਰਟਾਈਜ਼ਮੈਂਟਸ ਦੇ ਥਰੂ ਕਰ ਸਕਦੇ ਹਾਂ ਆਪਾਂ, ਪਬਲਿਸਿਟੀ ਦੇ ਥਰੂ ਕਰ ਸਕਦੇ ਹਾਂ ਆਪਾਂ। ਇਹਨਾਂ ਦੇ ਲਈ ਸੈਲਿੰਗ ਕਾਸਟ ਦੇ ਲਈ ਮਤਲਬ ਆਪਣੀ ਸੈਲਿੰਗ ਵਧਾਉਣ ਦੇ ਲਈ ਕਹਿੰਦੇ ਜਿਹੜੀ ਕਾਸਟ ਕਰਦੇ ਹੋ ਕਿੰਨਾ ਚੀਜ਼ਾਂ ਤੇ ਕਰਦੇ, ਜਿਵੇਂ ਕਿ ਪੈਂਪਲੇਟਸ ਦੇ ਵਿੱਚ ਪੈਂਪਲੇਟਸ, ਨਿਊਜ਼ਪੇਪਰਸ, ਰੇਡੀਓ, ਟੀਵੀ, ਜਰਨਲ, ਸਿਨੇਮਾਸ, ਠੀਕ ਹੈ, ਇਹਨਾਂ ਦੇ ਵਿੱਚ ਕਹਿੰਦੇ ਆਪਾਂ ਆਪਣੇ ਪ੍ਰੋਡਕਟ ਬਾਰੇ ਨੌਲੇਜ ਦਿੰਦੇ ਹਾਂ ਤਾਂ ਜਿਹੜੇ ਕਸਟਮਰਸ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਸਾਡੇ ਪ੍ਰੋਡਕਟ ਦੀ ਡਿਮਾਂਡ ਕਰਨ, ਤਾਂ ਇਹਦੀ ਸੈਲਿੰਗ ਕਾਸਟ ਆਉਂਦੀ ਹੈ ਕਿਉਂਕਿ ਡਿਫਰੈਂਟ ਪ੍ਰੋਡਕਟ ਹੈ ਤਾਂ ਕਸਟਮਰਸ ਨੂੰ ਨੌਲੇਜ ਦੇਣੀ, ਅਵੇਅਰ ਹੈ ਕਿ ਕੰਪੀਟੀਸ਼ਨ ਹੈ ਮਾਰਕੀਟ। ਐਂਡ ਦ ਨੈਕਸਟ ਇਜ਼ ਐਬਸੈਂਸ ਆਫ ਇੰਟਰਡਿਪੈਂਡੈਂਸ। ਕਹਿੰਦੇ ਇਹਦੇ ਵਿੱਚ ਕੀ ਹੁੰਦਾ, ਇੰਟਰਡਿਪੈਂਡੈਂਸ ਦੀ ਐਬਸੈਂਸ ਹੁੰਦੀ ਆ, ਕੋਈ ਵੀ ਇੱਕ ਫਰਮ ਦੂਸਰੀ ਤੇ ਇੰਟਰਡਿਪੈਂਡ ਨਹੀਂ ਹੁੰਦੀ, ਆਪਣੇ ਅਕੋਰਡਿੰਗ ਸੋ ਪ੍ਰਾਈਸ ਤੇ ਸਪਲਾਈ ਹੈ ਜਿਹੜੀ ਉਹ ਫਿਕਸ ਕਰਦੀ ਆ। ਐਂਡ ਦ ਨੈਕਸਟ ਇਜ਼ ਟੂ ਡਾਇਮੈਂਸ਼ਨਲ ਕਨਸੈਪਟ। ਕਹਿੰਦੇ ਟੂ ਡਾਇਮੈਂਸ਼ਨਲ ਕਨਸੈਪਟ ਆ, ਇਹਦੇ ਵਿੱਚ ਪ੍ਰਾਈਸ ਤੇ ਜਿਹੜੀ ਹੈ ਆਪਣੀ ਪ੍ਰਾਈਸ ਤੇ ਕਾਸਟ ਤੇ ਡਿਮਾਂਡ ਦਾ ਪੂਰਾ ਇਫੈਕਟ ਰਹਿੰਦਾ ਹੈ ਤੇ ਇਹਦੇ ਵਿੱਚ ਡਿਮਾਂਡ ਦੀ ਇਲਾਸਟਿਸਿਟੀ ਵੀ ਚੈੱਕ ਕੀਤੀ ਜਾਂਦੀ ਆ ਤੇ ਇਹਦੇ ਵਿੱਚ ਕੁਝ ਫੀਚਰਸ ਨੇ ਜਿਹੜੇ ਪਰਫੈਕਟ ਕੰਪੀਟੀਸ਼ਨ ਦੇ ਤੇ ਕੁਝ ਨੇ ਜਿਹੜੇ ਉਹ ਮੋਨੋਪੋਲੀ ਦੇ ਨੇ ਜਿਹੜੇ ਉਹ ਅਪਲਾਈ ਹੁੰਦੇ ਨੇ। ਅਗੇ ਕਨਸੈਪਟ ਆਫ ਗਰੁੱਪ। ਕਹਿੰਦੇ ਮੋਨੋਪਿਸਟਿਕ ਕੰਪੀਟੀਸ਼ਨ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਫਰਮਸ ਮਿਲ ਕੇ ਕੀ ਬਣਾਉਂਦੀਆਂ ਨੇ, ਇੱਕ ਗਰੁੱਪ ਬਣਾਉਂਦੀਆਂ ਨੇ, ਜਦਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਆ ਗਰੁੱਪ ਆਫ ਫਰਮਸ ਕੀ ਹੁੰਦਾ ਸੀਗਾ, ਇੰਡਸਟਰੀ ਹੁੰਦੀ ਸੀ ਕਿ ਇੰਡਸਟਰੀ ਦੇ ਅੰਦਰ ਜਿੰਨੀਆਂ ਵੀ ਫਰਮਸ ਨੇ ਹੋਮੋਜੀਨੀਅਸ ਪ੍ਰੋਡਕਟਸ ਨੇ ਜਿਹੜਾ ਉਹ ਪ੍ਰੋਡਿਊਸ ਕਰਦੀਆਂ ਹੁੰਦੀਆਂ ਨੇ। ਲੇਕਿਨ ਇੱਥੇ ਮੋਨੋਪਿਸਟਿਕ ਕੰਪੀਟੀਸ਼ਨ ਦੇ ਵਿੱਚ ਗਰੁੱਪ ਵਰਡ ਯੂਜ਼ ਕੀਤਾ। ਗਰੁੱਪ ਦਾ ਮਤਲਬ ਹੈ ਆ ਗਰੁੱਪ ਆਫ ਫਰਮਸ, ਜਿੰਨੀਆਂ ਵੀ ਫਰਮਸ ਨੇ ਉਹ ਮਿਲ ਕੇ ਕੀ ਬਣਾਉਣਗੀਆਂ, ਆ ਗਰੁੱਪ ਆਫ ਫਰਮਸ ਹੋਣਗੀਆਂ। ਐਂਡ ਦ ਫਾਲਿੰਗ ਡਿਮਾਂਡ ਕਰਵ। ਤੇ ਜਿਹੜੇ ਮੋਨੋਪਿਸਟਿਕ ਕੰਪੀਟੀਸ਼ਨ ਹੈ ਉਹਦੇ ਵਿੱਚ ਜਿਹੜੀ ਡਿਮਾਂਡ ਕਰਵ ਹੈ ਫਾਲਿੰਗ ਹੋਏਗੀ, ਲੈਫਟ ਰਾਈਟ ਡਾਊਨਵਰਡ ਹੋਏਗੀ ਕਿਉਂਕਿ ਇਹ ਇਨਵਰਸ ਰਿਲੇਸ਼ਨਸ਼ਿਪ ਦੱਸੇਗੀ ਬਿਟਵੀਨ ਦਾ ਪ੍ਰਾਈਸ ਐਂਡ ਡਿਮਾਂਡ। ਪ੍ਰਾਈਸ ਘਟਣ ਤੇ ਡਿਮਾਂਡ ਵਧੇਗੀ ਐਂਡ ਪ੍ਰਾਈਸ ਵਧਣ ਤੇ ਡਿਮਾਂਡ ਘਟੇਗੀ। ਐਂਡ ਉਸ ਤੋਂ ਬਾਅਦ ਲੈਕ ਆਫ ਪਰਫੈਕਟ ਨੌਲੇਜ ਮੀਨਸ ਇਨਪਰਫੈਕਟ ਨੌਲੇਜ। ਕਹਿੰਦੇ ਜਿੰਨੇ ਵੀ ਕਹਿੰਦੇ ਆਪਣੇ ਬਾਇਰਸ ਤੇ ਸੈਲਰਸ ਹੁੰਦੇ ਨੇ ਉਹਨਾਂ ਨੂੰ ਪ੍ਰਾਈਸ ਦੇ ਬਾਰੇ, ਪ੍ਰੋਡਕਟ ਦੇ ਬਾਰੇ ਪ੍ਰੋਪਰ ਨੌਲੇਜ ਨਹੀਂ ਹੁੰਦੀ ਤੇ ਸੈਲਰਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰੇ ਜਿਹੜੇ ਪ੍ਰੋਡਕਟਸ ਮੈਂ ਪ੍ਰੋਡਿਊਸ ਕਰ ਰਿਹਾ ਉਹਦਾ ਵੀ ਕੋਈ ਕ੍ਰੋਸ ਸਬਸਟੀਟਿਊਸ਼ਨ ਹੈ ਤੇ ਉਹਦਾ ਪ੍ਰਾਈਸ ਕਿੰਨਾ ਹੈ, ਠੀਕ ਹੈ, ਪ੍ਰੋਡਕਟ ਡਿਫਰੈਂਸ਼ੀਏਟ ਦੇ ਕਰਕੇ। ਐਂਡ ਜਿਹੜੇ ਕਸਟਮਰਸ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੰਨੇ ਜਿਹੜੇ ਟਾਈਪਸ ਦੇ ਸੋਪਸ ਨੇ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਤੇ ਕਿਹੜਾ ਉਹਨਾਂ ਦੇ ਲਈ ਬੈਸਟ ਹੈ ਤੇ ਉਹ ਕਿਹਨੂੰ ਬਾਏ ਕਰਨ। ਮਿਸ ਮੋਨੋਪਿਸਟਿਕ ਕੰਪੀਟੀਸ਼ਨ ਦੇ ਵਿੱਚ ਪੂਰੀ ਤਰ੍ਹਾਂ ਕੀ ਹੁੰਦੀ ਹੈ, ਇਨਪਰਫੈਕਟ ਨੌਲੇਜ ਹੁੰਦੀ ਹੈ। ਅਗੇ ਨॉन ਪ੍ਰਾਈਸ ਕੰਪੀਟੀਸ਼ਨ। ਕਹਿੰਦੇ ਅਨਦਰ ਫੀਚਰਸ ਆਫ ਮੋਨੋਪਿਸਟਿਕ ਕੰਪੀਟੀਸ਼ਨ ਇਹ ਹੈ ਕਿ ਇਹਦੇ ਵਿੱਚ ਕੀ ਆ, ਜਿਹੜੇ ਫਰਮਸ ਨੇ ਉਹ ਨॉन ਪ੍ਰਾਈਸ ਕੰਪੀਟੀਸ਼ਨ ਕਰਦੀਆਂ ਨੇ, ਜਿਵੇਂ ਕਿ ਉਹ ਪ੍ਰਾਈਸ ਨੂੰ ਨਹੀਂ ਘਟਾਉਂਦੀਆਂ ਵਧਾਉਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਅਸੀਂ ਪ੍ਰਾਈਸ ਇੰਕਰੀਜ਼ ਡਿਕਰੀਜ਼ ਕਰਾਂਗੇ ਤਾਂ ਸਾਡੇ ਪ੍ਰੋਡਕਟਸ ਦੇ ਕਲੋਜ਼ ਸਬਸਟੀਟਿਊਸ਼ਨ ਨੇ ਤਾਂ ਕਸਟਮਰ ਸਾਤੋਂ, ਜਿਵੇਂ ਕਿ ਮੈਂ ਲਕਸ ਦਾ ਪ੍ਰਾਈਸ ਇੰਕਰੀਜ਼ ਕੀਤਾ ਤਾਂ ਲਕਸ ਨੂੰ ਨਾ ਲੈ ਕੇ ਉਹਦੀ ਜਗ੍ਹਾ ਤੇ ਰੀਜ਼ਨ ਨੰਬਰ 1 ਯੂਜ਼ ਕਰਨਾ ਸਟਾਰਟ ਕਰ ਦੇਣਗੇ। ਉਹਨਾਂ ਦੀ ਡਿਮਾਂਡ ਵੱਧ ਜਾਏਗੀ ਮੇਰੇ ਪ੍ਰੋਡਕਟ ਦੇ ਨਾਲੋਂ, ਮੇਰੇ ਪ੍ਰੋਡਕਟ ਦੀ ਡਿਮਾਂਡ ਘੱਟ ਜਾਏਗੀ ਪ੍ਰਾਈਸ ਵਧਾਉਣ ਦੇ ਨਾਲੋਂ। ਤਦ ਉਹ ਕਹਿੰਦੇ ਆਪਣੇ ਪ੍ਰੋਡਕਟ ਦੀ ਡਿਮਾਂਡ ਵਧਾਉਣ ਦੇ ਲਈ ਪ੍ਰਾਈਸ ਦੇ ਵਿੱਚ ਇੰਕਰੀਜ਼ ਡਿਕਰੀਜ਼ ਨਹੀਂ ਕਰਦੇ, ਉਸ ਦੀ ਜਗ੍ਹਾ ਤੇ ਕਹਿੰਦੇ ਉਹ ਕੀ ਆ, ਡਿਫਰੈਂਟ ਵੇ ਯੂਜ਼ ਕਰਦੇ ਨੇ, ਇਨਸੈਂਟਿਵਸ ਦਿੰਦੇ ਨੇ ਜਾਂ ਫਿਰ ਉਹ ਫ੍ਰੀ ਦਿੰਦੇ ਨੇ ਗਿਫਟਸ, ਜਿਵੇਂ ਕਿ ਵਾਸ਼ਿੰਗ ਪਾਊਡਰ ਦੇ ਨਾਲ ਸਰਫ ਐਕਸਲ, ਜਿਵੇਂ ਕਿ ਵਾਸ਼ਿੰਗ ਪਾਊਡਰ ਸਰਫ ਐਕਸਲ ਦੇ ਟਾਈਡ ਦੇ ਨਾਲ ਕਹਿੰਦੇ ਉਹਨਾਂ ਨੇ 1 ਸਰਫ ਐਕਸਲ ਫ੍ਰੀ ਦਿੱਤਾ ਹੈ, ਠੀਕ ਹੈ, 2 ਦੇ ਨਾਲ ਐਂਡ ਫਿਰ ਉਹਨਾਂ ਨੇ ਇੱਕ ਟੰਬਲਰ ਫ੍ਰੀ ਦਿੱਤਾ ਹੈ ਜਾਂ ਬੜੀ ਬਕਟ ਦੇ ਨਾਲ ਛੋਟੀ ਬਕਟ ਫ੍ਰੀ ਦਿੱਤੀ ਆ। ਤਾਂ ਫ੍ਰੀ ਗਿਫਟ ਐਂਡ ਸਰਵਿਸਿਜ਼ ਦੇ ਥਰੂ ਕਹਿੰਦੇ ਉਹ ਕੀ ਕਰਦੇ ਨੇ, ਮੋਟੀਵੇਟ ਕਰਦੇ ਨੇ ਕਸਟਮਰਸ ਨੂੰ ਤਾਂ ਜੋ ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਕੀ ਹੋਵੇ, ਜ਼ਿਆਦਾ ਤੋਂ ਜ਼ਿਆਦਾ ਹੋਵੇ। ਕਹਿੰਦੇ ਇੱਥੇ ਕੀ ਆ, ਪ੍ਰਾਈਸ ਆਫ ਅ ਫੈਕਟਰਸ ਐਂਡ ਟੈਕਨੋਲੋਜੀ ਨੂੰ ਅਸਿਊਮ ਕੀਤਾ ਕਿ ਇਹ ਕਨਸੈਪਟ ਇਹਦੇ ਵਿੱਚ ਇੰਨਾ ਨਹੀਂ ਚੇਂਜ ਹੈਗਾ। These are the features of monopolistic competition. And the next is demand curve under monopolistic competition. ਕਹਿੰਦੇ demand and cost curve under monopolistic ਕਿਵੇਂ ਰਹੇਗੀ।
ਕਹਿੰਦੇ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਡਿਮਾਂਡ ਕਰਵ ਸੀ ਮੀਨਸ ਆਪਣੀ ਏਆਰ ਕਰਵ ਸੀ, ਐਵਰੇਜ ਰੈਵਨਿਊ ਕਰਵ ਸੀ, ਪ੍ਰਾਈਸ ਕਰਵ ਸੀ, ਉਹ ਐਕਸ ਐਕਸਿਸ ਦੇ ਪੈਰਲਲ ਹੁੰਦੀ ਆ। ਕਿਉਂਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਆਪਣੀ ਪ੍ਰਾਈਸ ਆ ਉਹ ਇੰਡਸਟਰੀ ਫਿਕਸ ਕਰਦੀ ਆ ਤੇ ਪ੍ਰਾਈਸ ਫਿਕਸ ਰਹਿੰਦਾ ਹੈ ਹੋਮੋਜੀਨੀਅਸ ਪ੍ਰੋਡਕਟ ਦਾ, ਪ੍ਰਾਈਸ ਐਕਸ ਐਕਸਿਸ ਦੇ ਪੈਰਲਲ ਰਹਿੰਦਾ, ਚਾਹੇ ਕੁਆਂਟੀਟੀ ਜ਼ਿਆਦਾ ਸੇਲ ਕਰੀਏ ਚਾਹੇ ਘੱਟ ਕਰੀਏ। ਲੇਕਿਨ ਆਪਣਾ ਜਿਹੜਾ ਮੋਨੋਪੋਲੀ ਹੈ, ਮੋਨੋਪੋਲੀ ਦੇ ਵਿੱਚ ਸੀਗੀ ਆਪਣੀ ਏਆਰ ਕਰਵ ਕੀ ਸੀ, ਲੈਫਟ ਰਾਈਟ ਡਾਊਨਵਰਡ ਹੀ ਸੀ, ਕਿਉਂਕਿ ਇਹਦੇ ਵਿੱਚ ਵੀ ਨੈਗੇਟਿਵ ਰਿਲੇਸ਼ਨਸ਼ਿਪ ਹੈ ਬਿਟਵੀਨ ਦਾ ਪ੍ਰਾਈਸ ਰੈਵਨਿਊ ਐਂਡ ਆਊਟਪੁੱਟ। ਇਸੇ ਤਰ੍ਹਾਂ ਜਿਹੜਾ ਮੋਨੋਪੋਲਿਸਟਿਕ ਕੰਪੀਟੀਸ਼ਨ ਹੈ ਉਹਦੇ ਵਿੱਚ ਵੀ ਜਿਹੜੀ ਆਪਣੀ ਡਿਮਾਂਡ ਕਰਵ ਹੈ ਉਹ ਕੀ ਰਹੇਗੀ, ਲੈਫਟ ਰਾਈਟ ਡਾਊਨਵਰਡ ਸਲੋਪਿੰਗ ਰਹੇਗੀ। ਠੀਕ ਹੈ, ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਮੀਨਸ ਏਆਰ ਕਰਵ, ਐਵਰੇਜ ਰੈਵਨਿਊ ਕਰਵ ਪਰ प्रोडक्ट की जो कॉस्ट है, एवरेज रेवेन्यू है वो लैफ्ट राइट रहेगा। जिमें जिमें कहते असी क्वांटिटी में ज़्यादा सेल करांगे उस तो मिलने वाला एवरेज रेवेन्यू साडा घटेगा, क्योंकि क्वांटिटी उदों ही ज़्यादा लीती जाएगी जो प्राइस घटेगा। प्राइस इज द एवरेज रेवेन्यू, पी इज इक्वल टू आर होंगी अपनी। तो डिमांड कर्व तुसीं इत्थे देख सकते हो, प्रोडक्ट डिफरेंशिएट दे करके कहते आपां नूं लैस प्राइस रखना पेगा अपने प्रोडक्ट की आउटपुट नूं ज़्यादा सेल करन दे लई। तद कहते ए आर अंडर मोनोपोलिस्टिक कंपीटिशन की रहेगी, डाउनवर्ड स्लोपिंग रहेगी। कहते मार्जिनल रेवेन्यू इज आल्सो डाउनवर्ड स्लोपिंग। ए आर ते एम आर दोने जिहड़ियां कर्व्स ने वो डाउनवर्ड स्लोपिंग रहणगियां, जिवें कि तुसीं इस डायग्राम दे विच देख सकते हो। ओ एक्स अक्ष ते आउटपुट लिखी हुई है, ओ वाई ते प्राइस ते रेवेन्यू लिखा हुआ है। ए आर इज अ डिमांड कर्व, रेवेन्यू कर्व। जी लैफ्ट राइट की है, डाउनवर्ड है। तो सानू ये शो की कर रही है कि जो प्राइस पी सीगा एंड क्वांटिटी कितनी सेल हो रही सी, डिमांड कितनी सीगी, क्यू सीगी। जो प्राइस घट गया पी तो P1 तो एवरेज रेवेन्यू भी घटिया। ठीक है, पर प्रोडक्ट की प्राइस ते प्राइस घट के पी तो P1 हो गया एंड क्वांटिटी मींस डिमांड इंक्रीज होके कितनी होगी, क्यू तो Q1 होगी। तो अगर प्राइस बढ़ जाएगा तो क्वांटिटी की हो जाएगी, घट जाएगी। अगर प्राइस घट जाएगा तो डिमांड किया बढ़ जाएगी। दिस इज द रिलेशनशिप बिटवीन द डिमांड एंड प्राइस। तो इसे करके जी साडी डिमांड कर्व है ये लैफ्ट राइट की होंगी है, डाउनवर्ड होंगी है, क्योंकि मोनोपोलिस्टिक कंपीटिशन दे विच गुड्स ते क्लोज सब्सटीट्यूशंस होंदे ने जिन्हां दे करके कहंदे ये इफैक्ट पैंदा है। एंड उस तो बाद डिमांड कर्व मोनोपोलिस्टिक कंपीटिशन वर्सिस मोनोपोली। कहते मोनोपोलिस्टिक ते मोनोपोली की जी डिमांड कर्व है उन्होंने की डिफरेंस है, देयर इज अ स्लाइटली डिफरेंस। कहते जी अपनी मोनोपोली होंगी आ वो भी जी अपनी डिमांड कर्व है, एवरेज रेवेन्यू कर्व है, लैफ्ट राइट डाउनवर्ड होंगी आ। तो मोनोपोलिस्टिक कंपीटिशन दे विच भी डिमांड कर्व लैफ्ट राइट की होंगी है, डाउनवर्ड होंगी है। मीनस प्राइस घटन से आउटपुट अपनी इंक्रीज होंगी है, एवरेज रेवेन्यू डिक्रीज होता है। लेकिन इतने डिफरेंस किया कहते मोनोपोली दे विच कहते की है जी अपनी डिमांड कर्व है, एयर कर्व है, फ्लैटर होंगी है, थोड़ी जी लैस इलास्टिक होंगी है। लेकिन मोनोपोलिस्टिक कंपीटिशन दे विच डिमांड कर्व मोर इलास्टिक होंगी है, जिवें कि तुसीं इस डायग्राम दे विच देख सकते हो। फर्स्ट वाली डायग्राम मोनोपोलिस्टिक कंपटीशन की डिमांड कर्व शो कर रही है एंड सैकेंड वाली डायग्राम मोनोपोली की डिमांड कर्व शो कर रही है। मोनोपोलिस्टिक कंपटीशन देख सकते हो कि जी अपनी डिमांड कर्व है, एसी कर्व इज द डिमांड कर्व जिन्होंने एवरेज रेवेन्यू कर्व कहने वो की है, ज़्यादा स्टीपर है, ज़्यादा डाउन है। लेकिन मोनोपोली जी डिमांड कर्व एयर कर्व है थोड़ी सी की है, फ्लैटर है, फ्लैटर मीनस खड़ी है एंड मोनोपोलिस्टिक की है थोड़ी जी स्टिपर है, मीनस डाउन है। तब किया जी मोनोपोली डिमांड कर्व लैस इलास्टिक है, घट इलास्टिक है, मतलब प्राइस के चेंज होने के नाल डिमांड के घट चेंज होएगा, क्योंकि ओनली वन प्रोडक्ट है, कोई भी प्रोडक्ट डिफरेंशिएट वन प्रोडक्ट है, कोई भी क्लोज सब्सटीट्यूशन नहीं है। क्योंकि मेरे जो कस्टमर्स ने वो मेरे प्रोडक्ट को ही बाय करनगे। अगर उनका टेस्ट प्रैफरेंस सेम है तब मैं डिमांड इंक्रीज कर दूंगा तो थोड़ी जी ही अपनी प्राइस इंक्रीज होने के डिमांड डिक्रीज होएगी। लेकिन मोनोपोलिस्टिक कंपटीशन के सानू पता है कि मेरे प्रोडक्ट डिफरेंशिएट आ, मीनस क्लोज सब्सटीट्यूशन ने। अगर मैं प्राइस थोड़ी सी इंक्रीज की तो डिमांड बहुत ज़्यादा डिक्रीज हो जाएगी। अगर मैं प्राइस थोड़ी सी डिक्रीज की तो डिमांड बहुत ज़्यादा इंक्रीज हो जाएगी। मतलब प्राइस चेंज होने के नाल डिमांड पे मेरी ते बहुत ज़्यादा इफेक्ट पेगा इन मोनोपोलिस्टिक कंपटीशन के। तब करके मेरी एयर कर्व होंगी है ज़्यादा किया मोर इलास्टिक है फ्रॉम द मोनोपोली। ठीक है, मोनोपोली के नालों तो देयर इज अ डिफरेंस, ओनली वन डिफरेंस की less elastic in monopoly and more elastic in monopolistic competitions। रीजन अपना हैगा सब्सटीट्यूशन। ठीक है,
ਨੈਕਸਟ ਇਕੁਲਿਬਰੀਅਮ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ। ਤਦ ਕਹਿੰਦੇ ਇਹਦੇ ਵਿੱਚ ਕੀ ਆ, ਮੇਨ ਪ੍ਰੋਡਕਟ ਡਿਫਰੈਂਸ਼ੀਏਟ ਹੈ, ਤੁਸੀਂ ਉਹ ਵੀ ਸੁਣ ਲਓ। ਪ੍ਰੋਡਕਟ ਡਿਫਰੈਂਸ਼ੀਏਟ ਇਜ਼ ਅ ਮੇਨ ਫੀਚਰਸ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ। ਤਾਂ ਪ੍ਰੋਡਕਟ ਡਿਫਰੈਂਸ਼ੀਏਟ ਦਾ ਮਤਲਬ ਹੈ, ਚੈਂਬਰਲਿਨ ਨੇ ਬੋਲਿਆ ਹੈ, ਵਨ ਆਫ ਦ ਮੇਨ ਫੀਚਰਸ ਆਫ monopolistic competition is perfect differentiate. Product differentiate means that goods are close substitutions but are not homogeneous। ਕਹਿੰਦੇ goods close substitutions ਨੇ ਲੇਕਿन homogeneous same नहीं हैगे। ਜਿਵੇਂ कि डेटॉल हो गया, लाइफ बॉय हो गया, ठीक है, अपना नंबर 1 हो गया। ਤਾਂ ਇਹ ਸਾਰੇ ਆਪਾਂ ਬਹੁਤ ਬਾਅਦ ਦੇ ਲਈ ਵਰਤ ਸਕਦੇ ਹਾਂ, ਲੇਕਿਨ ਇਹ ਸਾਰੇ ਸੇਮ ਨਹੀਂ ਹੈਗੇ। ਕਹਿੰਦੇ ਇਹ ਡਿਫਰੈਂਟ ਹੁੰਦੇ ਨੇ ਕਲਰ ਦੇ ਬੇਸ ਤੇ, ਨੇਮ ਦੇ ਬੇਸ ਤੇ, ਸਾਈਜ਼ ਦੇ ਬੇਸ ਤੇ, ਪੈਕਿੰਗ ਦੇ ਬੇਸ ਤੇ, ਕੁਆਲਿਟੀ ਦੇ ਬੇਸ ਤੇ। ਤਾਂ ਦੇਰ ਇਜ਼ ਅ ਪ੍ਰੋਡਕਟ ਡਿਫਰੈਂਸ਼ੀਏਟ, ਜਿਹਦੇ ਕਰਕੇ ਕਹਿੰਦੇ ਅ ਵੈਰਾਈਟੀ ਆਫ ਕਹਿੰਦੇ ਆਪਾਂ ਨੂੰ ਪ੍ਰੋਡਕਟਸ ਆ ਮਿਲਦੀ ਹੈ। ਜਿਵੇਂ ਕਿ ਸੌਫਟ ਡਰਿੰਕਸ ਦੇ ਵਿੱਚ ਵੀ ਕੈਂਪਾ ਕੋਲ ਆ ਗਿਆ, ਥਮਸ ਆ ਗਿਆ, ਠੀਕ ਹੈ, ਐਂਡ ਸਪਰਾਈਟ ਆ ਗਿਆ, ਲਿਮਕਾ ਆ ਗਿਆ, ਕੋਕ ਆ ਗਿਆ, ਡਿਊ ਆ ਗਿਆ। these are the examples of product differentiate। ਕਹਿੰਦੇ ਪ੍ਰੋਡਕਟ ਡਿਫਰੈਂਸ਼ੀਏਟ ਦੇ ਕਰਕੇ ਹੀ ਕਹਿੰਦੇ ਜਿਹੜਾ ਆਪਣਾ ਪਰਫੈਕਟ ਕੰਪੀਟੀਸ਼ਨ ਦੀ ਫੀਚਰ ਹੈ, ਹੋਮੋਜੀਨੀਅਸ ਪ੍ਰੋਡਕਟ ਨੂੰ ਆਪਣਾ ਇੱਥੇ ਅਪਲਾਈ ਨਹੀਂ ਹੁੰਦਾ ਹੈ, ਠੀਕ ਹੈ। these are the ਮੇਨ ਫੀਚਰਸ ਆਫ ਪ੍ਰੋਡਕਟ ਡਿਫਰੈਂਸ਼ੀਏਟ। ਕਹਿੰਦੇ ਪ੍ਰੋਡਕਟ ਡਿਫਰੈਂਸ਼ੀਏਟ ਕਰਕੇ ਹੀ ਜਿਹੜੀ ਡਿਮਾਂਡ ਕਰਵ ਇਫੈਕਟ ਹੁੰਦੀ ਆ, ਕਿਉਂਕਿ ਪ੍ਰੋਡਕਟ ਡਿਫਰੈਂਸ਼ੀਏਟ ਕਰਕੇ ਜਿਹੜੀ ਡਿਮਾਂਡ ਕਰਵ ਹੈ ਸਲੋਪਿੰਗ ਡਾਊਨਵਰਡ ਹੁੰਦੀ ਆ, ਲੈਫਟ ਰਾਈਟ ਕੀ ਹੁੰਦੀ ਆ, ਡਾਊਨਵਰਡ ਹੁੰਦੀ ਆ। ਤੇ ਪ੍ਰੋਡਕਟ ਡਿਫਰੈਂਸ਼ੀਏਟ ਦੇ ਵਿੱਚ ਕਹਿੰਦੇ ਕੀ ਹੁੰਦਾ ਹੈ, ਜਿਹੜਾ ਆਪਣਾ ਵਧੀਆ ਕੁਆਲਿਟੀ ਦਾ ਪ੍ਰੋਡਕਟ ਹੁੰਦਾ ਹੈ ਤਾਂ ਉਹਦੀ ਪ੍ਰਾਈਸ ਵੀ ਜ਼ਿਆਦਾ ਹੋਏਗੀ, ਤਾਂ ਉਹਦੇ ਥਰੂ ਰੈਵਨਿਊ ਵੀ ਆਪਣਾ ਕੀ ਹੁੰਦਾ ਹੈ, ਜ਼ਿਆਦਾ ਇਕੱਠਾ ਹੁੰਦਾ ਹੈ। ਤਾਂ ਪ੍ਰੋਡਕਟ ਡਿਫਰੈਂਸ਼ੀਏਟ ਦੇ ਥਰੂ ਇਕੁਲਿਬਰੀਅਮ ਦੀ ਨਾਰਮਲ ਤੇ ਵਧੀਆ ਗੁਡਸ ਦਾ ਕੀ ਹੋਏਗਾ, ਡਿਫਰੈਂਟ ਹੋਏਗਾ। ਐਂਡ ਦ ਨੈਕਸਟ ਇਜ਼ ਇਕੁਲਿਬਰੀਅਮ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ। ਆਪਾਂ ਜੇ ਦੇਖੀਏ ਤਾਂ ਇਕੁਲਿਬਰੀਅਮ ਤੇ ਪ੍ਰੋਫਿਟ ਮੈਕਸਿਮਾਈਜੇਸ਼ਨ ਇਨ ਮੋਨੋਪੋਲਿਸਟਿਕ ਕੰਪੀਟੀਸ਼ਨ। कि ਜਿਹੜਾ ਆਪਣਾ प्रॉफिट मैक्सिमाइजेशन और इक्विलिब्रियम अंडर मोनोपोलिस्टिक कंपटीशन, डिटर्मिनेशन ऑफ प्राइस एंड अंडर आउटपुट अंडर मोनोपोलिस्टिक कंपटीशन। कि अगर मार्केट ਦੇ ਵਿੱਚ मोनोपोलिस्टिक कंपटीशन ਹੈ ਤਾਂ ਫਰਮਸ ਨੇ ਜਿਹੜੀਆਂ मोनोपोलिस्टिक कंपटीशन ਦੇ ਅੰਦਰ, ਤਾਂ ਉਹ ਪ੍ਰਾਈਸ ਤੇ ਜਿਹੜਾ ਆਊਟਪੁੱਟ ਡਿਟਰਮੀਨੇਸ਼ਨ ਆ ਉਹ ਕਿਵੇਂ ਕਰਨਗੀਆਂ, ਮਤਲਬ ਪ੍ਰਾਈਸ ਫਿਕਸ ਕਿੱਦਾਂ ਕਰਨਗੀਆਂ ਤੇ ਉਹ ਆਊਟਪੁੱਟ ਕਿੱਥੇ ਫਿਕਸ ਕਰਨਗੀਆਂ ਕਿ ਸਾਨੂੰ ਕਿੰਨੀ ਆਊਟਪੁੱਟ ਕਰਨੀ ਚਾਹੀਦੀ ਆ। ਇਹ ਕਿਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਜਿਵੇਂ ਕਿ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ ਏਮਸ ਮੀਨਸ ਹਰੇਕ ਪ੍ਰੋਡਿਊਸਰਸ ਦਾ ਮੇਨ ਏਮ ਇਹ ਹੈ, ਕਿਉਂਕਿ ਹਰ ਇੱਕ ਫਰਮ ਤਾਂ ਹੀ ਗੁੱਡਸ ਨੂੰ ਪ੍ਰੋਡਿਊਸ ਕਰਦੀ ਆ, ਮੇਨ ਏਮ ਹੁੰਦਾ ਉਹਦਾ ਪ੍ਰੋਫਿਟ ਮੈਕਸਿਮਾਈਜੇਸ਼ਨ, ਮੈਕਸਿਮਮ ਪ੍ਰੋਫਿਟ ਨੂੰ ਕੀ ਕਰਨਾ, ਗੇਨ ਕਰਨਾ। ਕਹਿੰਦੇ ਪ੍ਰੋਫਿਟ ਮੈਕਸਿਮਾਈਜੇਸ਼ਨ ਕਹਿੰਦੇ ਉੱਥੇ ਹੁੰਦਾ ਹੈ ਜਿੱਥੇ ਕਹਿੰਦੇ MR ਇਜ਼ ਇਕੁਅਲ ਟੂ MC ਹੁੰਦੀ ਹੈ, ਜਿੱਥੇ ਮਾਰਜਨਲ ਰੈਵਨਿਊ ਕਰਵ ਮਾਰਜਨਲ ਕਾਸਟ ਕਰਵ ਦੇ ਇਕੁਅਲ ਹੁੰਦੀ ਆ। ਐਂਡ ਜਿਹੜੀ ਆਪਣੀ मोनोपोलिस्टिक कंपटीशन ਦੇ ਵਿੱਚ MR ਕਰਵ ਹੈ AR ਦੇ ਇਕੁਅਲ ਨਹੀਂ। ਅਗੇ मोनोपोलिस्टिक कंपटीशन ਦੇ ਵਿੱਚ ਕੀ ਆ, ਫਰਮਸ ਕਹਿੰਦੇ ਕੀ ਚਾਹੁੰਦੀ ਆ, ਜ਼ਿਆਦਾ ਤੋਂ ਜ਼ਿਆਦਾ ਆਪਣੇ ਪ੍ਰੋਡਕਟਸ ਦੀ ਸੇਲ ਚਾਹੁੰਦੀ ਆ ਤਾਂ ਜੋ ਉਹਨੂੰ ਕੀ ਹੋਵੇ, ਪ੍ਰੋਫਿਟ ਇਕੱਠਾ ਹੋਵੇ। ਤਾਂ ਕਹਿੰਦੇ ਕੀ ਹੁੰਦੀ ਹੈ, ਜਿਹੜੀ AR ਤੇ MR ਕਰਵ ਦੀ मोनोपोलिस्टिक कंपटीशन ਦੇ ਵਿੱਚ ਸਲੋਪ ਡਾਊਨਵਰਡ ਹੁੰਦੀ ਆ, ਕਿ ਥੋੜੀ ਜੀ ਪ੍ਰਾਈਸ ਘੱਟ ਰੱਖ ਕੇ ਆਪਣੇ ਪ੍ਰੋਡਕਟਸ ਦੀ ਸੇਲ ਹੈ ਜਿਹੜੀ ਉਹ ਕੀ ਕੀਤੀ ਜਾਵੇ, ਜ਼ਿਆਦਾ ਇਨਕਰੀਜ਼ ਕੀਤੀ ਜਾਵੇ। ਕਹਿੰਦੇ ਇੱਥੇ मोनोपोलिस्टिक कंपटीशन ਦੇ ਵਿੱਚ ਇਕੁਲਿਬਰੀਅਮ ਤੇ ਮੈਕਸਿਮਮ ਪ੍ਰੋਫਿਟ ਨੂੰ ਸ਼ੋ ਕਰਨ ਦੇ ਲਈ ਕਹਿੰਦੇ ਟੂ ਕੰਡੀਸ਼ਨਸ ਨੇ ਜਿਹੜੀਆਂ ਅਪਲਾਈ ਹੁੰਦੀਆਂ ਨੇ, ਸੇਮ ਜਿਵੇਂ ਕਿ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਦੇ ਵਿੱਚ ਸੀਗਾ। ਫਰਸਟ ਕੀ ਹੁੰਦਾ ਹੈ, ਕਹਿੰਦੇ ਜਿੱਥੇ ਮਾਰਜਨਲ ਕਾਸਟ ਇਕੁਅਲ ਟੂ ਮਾਰਜਨਲ ਰੈਵਨਿਊ ਹੋਏਗੀ मोनोपोलिस्टिक कंपटीशन ਦੇ ਵਿੱਚ। ਕਹਿੰਦੇ ਜਿੱਥੇ ਮਾਰਜਨਲ ਕਾਸਟ ਇਕੁਅਲ ਟੂ ਮਾਰਜਨਲ ਰੈਵਨਿਊ ਹੋਏਗੀ ਉੱਥੇ ਫਰਮ ਕੀ ਹੋਏਗੀ, ਇਕੁਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਏਗੀ। नो लॉस नो गेन, ਉੱਥੇ ਮੀਨਸ ਉਹਨੂੰ ਕੀ ਹੈ, ਇਕੁਲਿਬਰੀਅਮ ਹੈ, ਕਾਸਟ ਤੇ ਰੈਵਨਿਊ ਦਾ ਇਕੁਅਲ ਹੈ। ਐਂਡ ਦੂਸਰਾ ਕੀ ਹੈ ਕਿ ਜਿਹੜੀ MC ਕਰਵ ਹੈ, ਮਾਰਜਨਲ ਕਾਸਟ ਕਰਵ ਹੈ, ਉਹ ਮਾਰਜਨਲ ਰੈਵਨਿਊ ਕਰਵ ਨੂੰ ਨੀਚੇ ਤੋਂ ਕੱਟ ਕਰਦੀ ਹੋਣੀ ਚਾਹੀਦੀ ਹੈ। ਥੀਸ ਆਰ ਦ ਟੂ ਕੰਡੀਸ਼ਨਸ ਆਫ ਇਕੁਲਿਬਰੀਅਮ, ਠੀਕ ਹੈ। ਇਹ ਦੋ ਇਕੁਲਿਬਰੀਅਮ ਦੀਆਂ ਪੋਜੀਸ਼ਨਸ ਨੇ ਜਿਨ੍ਹਾਂ ਦੇ ਥਰੂ ਆਪਾਂ ਪ੍ਰਾਈਸ ਤੇ ਆਊਟਪੁੱਟ ਡਿਟਰਮੀਨੇਸ਼ਨ ਕਰ ਸਕਦੇ ਹਾਂ। ਤੇ ਕਹਿੰਦੇ मोनोपोलिस्टिक सिचुएशन ਦੇ ਅੰਡਰ ਜਿਹੜੀਆਂ ਮੈਨੀ ਫਰਮਸ ਨੇ ਉਹ ਗੁੱਡਸ ਨੂੰ ਪ੍ਰੋਡਿਊਸ ਕਰਦੀਆਂ ਨੇ, ਠੀਕ ਹੈ, ਜਿਨ੍ਹਾਂ ਦੇ ਵਿੱਚ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ। ਕਹਿੰਦੇ ਇਹ ਸਾਰੀਆਂ ਫਰਮਸ ਮਿਲ ਕੇ ਕੀ ਬਣਾਉਂਦੀਆਂ ਨੇ, ਇੱਕ ਗਰੁੱਪ ਬਣਾਉਂਦੀਆਂ ਨੇ। ਤਾਂ मोनोपोलिस्टिक ਦੇ ਵਿੱਚ ਕੀ ਆ, ਪ੍ਰਾਈਸ ਐਂਡ ਜਿਹੜਾ ਇਕੁਲਿਬਰੀਅਮ ਪੋਜੀਸ਼ਨਸ ਆਫ ਦਾ ਫਰਮ ਐਂਡ ਦਾ ਗਰੁੱਪ ਵਿਲ ਬੀ ਸਟੱਡੀਡ ਇਨ ਟੂ ਪਾਰਟ। ਕਹਿੰਦੇ ਤਦ ਕਹਿੰਦੇ ਗਰੁੱਪ ਦੇ ਵਿੱਚ ਜਿਹੜਾ ਪ੍ਰਾਈਸ ਤੇ ਆਊਟਪੁੱਟ ਡਿਟਰਮੀਨੇਸ਼ਨ ਹੈ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ, ਇੱਕ ਤਾਂ ਫਰਮ ਇਕੁਲਿਬਰੀਅਮ, ਇੱਕ ਗਰੁੱਪ ਇਕੁਲਿਬਰੀਅਮ। ਕਹਿੰਦੇ मोनोपोलिस्टिक कंपटीशन ਦੇ ਵਿੱਚ ਆਪਾਂ ਫਰਮ ਇਕੁਲਿਬਰੀਅਮ ਵੀ ਦੇਖਾਂਗੇ ਤੇ ਗਰੁੱਪ ਇਕੁਲਿਬਰੀਅਮ ਵੀ ਦੇਖਾਂਗੇ, ਜਿਵੇਂ ਆਪਾਂ ਨੇ ਪਰਫੈਕਟ ਕੰਪੀਟੀਸ਼ਨ ਵਿੱਚ ਫਰਮਸ ਇਕੁਲਿਬਰੀਅਮ ਐਂਡ ਇੰਡਸਟਰੀ ਇਕੁਲਿਬਰੀਅਮ
ਦੇਖਿਆ ਸੀਗਾ। ਤਾਂ ਇਹ 2 ਟਾਈਮ ਪੀਰੀਅਡ ਦੇ ਵਿੱਚ ਜਿਹੜਾ ਆਪਾਂ ਇਕੁਇਲਿਬ੍ਰੀਅਮ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ ਦਾ, ਉਹ ਦੇਖ ਸਕਦੇ ਹਾਂ। ਇੱਕ ਤਾਂ ਸ਼ਾਰਟ ਰਨ ਦੇ ਵਿੱਚ, ਦੂਸਰਾ ਲੌਂਗ ਰਨ ਦੇ ਵਿੱਚ ਇਕੁਇਲਿਬ੍ਰੀਅਮ। ਤਾਂ ਸਭ ਤੋਂ ਪਹਿਲਾਂ ਕੀ ਦੇਖਦੇ ਹਾਂ ਆਪਾਂ, ਫਰਮ ਦਾ ਇਕੁਇਲਿਬ੍ਰੀਅਮ ਦੇਖਦੇ ਹਾਂ ਸ਼ਾਰਟ ਰਨ ਦੇ ਵਿੱਚ, ਠੀਕ ਹੈ। ਤਦ ਇੰਡੀਵਿਜੂਅਲ ਫਰਮਸ ਇਕੁਇਲਿਬ੍ਰੀਅਮ ਇਨ ਸ਼ਾਰਟ ਰਨ ਇਕੁਇਲਿਬ੍ਰੀਅਮ ਇਨ ਮੋਨੋਪੋਲਿਸਟਿਕ ਕੰਪੀਟੀਸ਼ਨ, ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਸ਼ਾਰਟ ਰਨ ਦੇ ਵਿੱਚ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਣਗੇ, ਮੀਨਸ ਕੋਈ ਵੀ ਇੱਕ ਫਰਮ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਏਗੀ। ਤਾਂ ਕਹਿੰਦੇ ਸ਼ਾਰਟ ਰਨ ਤੁਹਾਨੂੰ ਪਤਾ ਹੀ ਹੈ, ਰੈਫਰਸ ਟੂ ਡੈਟ ਟਾਈਮ ਪੀਰੀਅਡ। ਸ਼ਾਰਟ ਜਿਹੜਾ ਉਹ ਟਾਈਮ ਪੀਰੀਅਡ ਹੁੰਦਾ ਜਿਹਦੇ ਵਿੱਚ ਆਪਾਂ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਹਾਂ, ਲੇਕਿਨ ਕਿੱਥੋਂ ਤੱਕ, ਜਿੱਥੋਂ ਤੱਕ ਕਹਿੰਦੇ ਆਪਣੀ ਪ੍ਰੋਡਕਸ਼ਨ ਕਪੈਸਿਟੀ ਹੈ, ਗੁਡਸ ਨੂੰ ਪ੍ਰੋਡਿਊਸ ਕਰਨ ਦੀ ਜਿੱਥੋਂ ਤੱਕ ਆਪਣੀ ਕਪੈਸਿਟੀ, ਆਪਾਂ ਉੱਥੋਂ ਤੱਕ ਡਿਮਾਂਡ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਨਾਲ ਆਪਣੀ ਸਪਲਾਈ ਇਨਕਰੀਜ਼ ਕਰ ਸਕਦੇ ਹਾਂ। ਬਟ ਕਹਿੰਦੇ ਜਿੱਥੇ ਆਪਣੀ ਜਿਹੜੀ ਫਿਕਸ ਫੈਕਟਰਸ ਨੇ ਉੱਥੇ ਫਿਕਸ ਰਹਿੰਦੇ ਨੇ, ਜਿਵੇਂ ਕਿ ਪਲਾਂਟ ਮਸ਼ੀਨਰੀ ਦਾ ਸਾਈਜ਼, ਪਲਾਂਟ ਦਾ ਸਾਈਜ਼ ਐਂਡ ਮਸ਼ੀਨਰੀ, ਇਹ ਫਿਕਸ ਫੈਕਟਰਸ ਨੇ, ਆਪਾਂ ਇਹਨਾਂ ਦੇ ਵਿੱਚ ਚੇਂਜ ਨਹੀਂ ਕਰ ਸਕਦੇ। ਓਨਲੀ ਵੇਰੀਏਬਲਸ ਫੈਕਟਰਸ ਨੂੰ ਇਨਕਰੀਜ਼ ਕਰਕੇ, ਜਿਵੇਂ ਕਿ ਲੇਬਰ ਤੇ ਰॉ ਮਟੀਰੀਅਲ, ਸ਼ਾਰਟ ਰਨ ਦੇ ਵਿੱਚ ਆਪਾਂ ਜਿਹੜੀ ਮੋਨੋਪੋਲਿਸਟਿਕ ਫਰਮ ਹੈ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੀ ਆ। ਕਹਿੰਦੇ ਸ਼ਾਰਟ ਰਨ ਦੇ ਵਿੱਚ ਫਰਮ ਇਕੁਇਲਿਬ੍ਰੀਅਮ ਦੇ ਵਿੱਚ ਉੱਥੇ ਹੋਏਗੀ ਜਿੱਥੇ MC =MR ਹੋਏਗਾ ਤੇ MC MR ਨੂੰ ਨੀਚੇ ਤੋਂ ਕੱਟ ਕਰਦੀ ਉੱਪਰ ਤੱਕ ਜਾਏਗੀ। ਦਿਸ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਇਨ ਸ਼ਾਰਟ ਰਨ, ਜਿੱਥੇ ਇਕੁਇਲਿਬ੍ਰੀਅਮ ਪ੍ਰਾइस ਤੇ ਇਕੁਇਲਿਬ੍ਰੀਅਮ ਜਿਹੜਾ ਆउटपुट ਹੈ ਫਿਕਸ ਹੋਏਗਾ। ਉਹ ਫਰਮ ਉਹਨਾਂ ਹੀ ਪ੍ਰਾइस ਫਿਕਸ ਕਰੇਗੀ ਜਿੱਥੇ ਇਕੁਇਲਿਬ੍ਰੀਅਮ ਹੈ MC MR ਹੈ ਤੇ ਉਹਨੇ ਹੀ ਜਿਹੜਾ ਆਪਣਾ ਆउटपुट ਉੱਥੇ ਹੀ ਫਿਕਸ ਹੋਏਗੀ। ਤਾਂ ਕਹਿੰਦੇ ਸ਼ਾਰਟ ਰਨ ਦੇ ਵਿੱਚ ਜਿਹੜੀ ਆਪਣੀ ਮੋਨੋਪੋਲਿਸਟਿਕ ਕੰਪੀਟੀਸ਼ਨ ਹੈ ਉਹਦੇ ਵਿੱਚ ਜਿਹੜੀ ਫਰਮ ਹੈ ਉਹ 3 ਸਿਚੁਏਸ਼ਨਸ ਫੇਸ ਕਰ ਸਕਦੀ ਹੈ। ਤਾਂ ਫਰਸਟ ਇਜ਼ ਦਾ ਸੁਪਰ ਨਾਰਮਲ ਪ੍ਰੋਫਿਟ, ਸੈਕੰਡ ਇਜ਼ ਦਾ ਨਾਰਮਲ ਪ੍ਰੋਫਿਟ ਐਂਡ ਥਰਡ ਇਜ਼ ਦਾ ਲਾਸ। ਕਹਿੰਦੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਸਕਦੀ ਹੈ, ਜਾਂ ਫਿਰ ਉਹ ਲਾਸ ਅਰਨ ਕਰੇਗੀ, ਜਾਂ ਫਿਰ ਉਹ ਨਾਰਮਲ ਪ੍ਰੋਫਿਟ ਅਰਨ ਕਰੇਗੀ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਦੇਖਦੇ ਹਾਂ, ਸੁਪਰ ਨਾਰਮਲ ਪ੍ਰੋਫਿਟ ਦੇਖਦੇ ਹਾਂ। ਜਿਵੇਂ ਕਿ ਸੁਪਰ ਨਾਰਮਲ ਪ੍ਰੋਫਿਟ ਜੋ ਇਸ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਗਿਆ ਹੈ, ਕਹਿੰਦੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਣਾ, ਇਕੁਇਲਿਬ੍ਰੀਅਮ ਦੇਖਣਾ, ਕਿਉਂਕਿ ਉੱਥੇ ਪ੍ਰਾइस ਤੇ ਆउटपुट ਦਾ ਡਿਟਰਮੀਨੇਸ਼ਨ ਹੋਏਗਾ। ਉਸ ਤੋਂ ਬਾਅਦ ਹੀ ਆਪਾਂ ਦੇਖਾਂਗੇ ਕਿ ਕਾਸਟ ਕਿੰਨੀ ਹੈ ਤੇ ਸਾਡਾ ਰੈਵਨਿਊ ਕਿੰਨਾ ਹੈ। ਤਾਂ ਇੱਥੇ 3 ਕੰਡੀਸ਼ਨਸ ਨੇ ਸੁਪਰ ਨਾਰਮਲ ਪ੍ਰੋਫਿਟ ਦੇ ਲਈ। ਸਭ ਤੋਂ ਪਹਿਲਾਂ ਆਪਾਂ ਇਕੁਇਲਿਬ੍ਰੀਅਮ ਦੇਖਣਾ, ਸੇਮ 2 ਕੰਡੀਸ਼ਨਸ। ਕਹਿੰਦੇ MC MR ਹੋਏਗੀ ਤੇ MC MR ਨੂੰ ਨੀਚੇ ਤੋਂ ਕੱਟ ਕਰਦੀ ਉੱਪਰ ਜਾਏਗੀ। ਦਿਸ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ। ਤੇ ਉਸ ਤੋਂ ਬਾਅਦ ਸੁਪਰ ਨਾਰਮਲ ਪ੍ਰੋਫਿਟ ਉਦੋਂ ਹੋਏਗਾ ਜਦੋਂ ਕਹਿੰਦੇ ਆਪਣਾ ਐਵਰੇਜ ਰੈਵਨਿਊ ਗ੍ਰੇਟਰ ਦੈਨ ਐਵਰੇਜ ਕਾਸਟ ਹੋਏਗਾ। ਮਤਲਬ ਪਰ ਪ੍ਰੋਡਕਟ ਤੇ ਜਿੰਨੀ ਕਾਸਟ ਆ ਰਹੀ ਹੈ ਉਸ ਦੇ ਨਾਲੋਂ ਪਰ ਪ੍ਰੋਡਕਟ ਨੂੰ ਸੇਲ ਕਰਕੇ ਜਿੰਨੀ ਆਪਾਂ ਉਸ ਤੋਂ ਇਨਕਮ ਲੈ ਰਹੇ ਹਾਂ, ਇਨਕਮ ਜ਼ਿਆਦਾ ਹੋਣੀ ਚਾਹੀਦੀ ਹੈ। ਐਵਰੇਜ ਰੈਵਨਿਊ ਐਵਰੇਜ ਕਾਸਟ ਤੋਂ ਜਦੋਂ ਗ੍ਰੇਟਰ ਹੋਏਗਾ, ਜ਼ਿਆਦਾ ਹੋਏਗਾ, ਤਾਂ ਇਟਸ ਮੀਨ ਸੁਪਰ ਨਾਰਮਲ ਪ੍ਰੋਫਿਟ ਹੋਏਗਾ। ਤਾਂ ਸਭ ਤੋਂ ਪਹਿਲਾਂ ਆਪਾਂ ਆउटपुट ਤੇ ਪ੍ਰਾइस ਡਿਟਰਮੀਨੇਸ਼ਨ ਦੇਖਦੇ ਹਾਂ। ਤੇ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ OX ਤੇ ਆउटपुट ਲਿੱਤੀ ਹੋਈ ਹੈ ਐਂਡ OY ਤੇ ਕਾਸਟ ਐਂਡ ਰੈਵਨਿਊ ਲਿੱਤਾ ਹੋਇਆ ਹੈ, ਠੀਕ ਹੈ। ਐਂਡ ਜਿਹੜੀ ਐਵਰੇਜ ਰੈਵਨਿਊ ਕਰਵ ਹੈ ਤੇ ਮਾਰਜਨਲ ਰੈਵਨਿਊ ਕਰਵ ਹੈ, ਇਹ ਲੈਫਟ ਰਾਈਟ ਡਾਊਨਵਰਡ ਨੇ। AR ਇਜ਼ ਦਾ ਐਵਰੇਜ ਰੈਵਨਿਊ ਕਰਵ ਐਂਡ MR ਇਜ਼ ਦਾ ਮਾਰਜਨਲ ਰੈਵਨਿਊ ਕਰਵ। ਇਹ ਦੋਨੇ ਕੀ ਨੇ, ਮੋਰ ਇਲਾਸਟਿਕ ਨੇ ਮੋਨੋਪੋਲੀ ਦੇ ਨਾਲੋਂ, ਠੀਕ ਹੈ। ਤਾਂ ਜਿਹੜੀ AR ਤੇ MR ਕਰਵ ਹੈ ਮੋਰ ਇਲਾਸਟਿਕ ਹੋਏਗੀ। ਤੇ ਦੋਨੇ ਆਪਣੀਆਂ ਕਰਵਸ ਆਪਾਂ ਨੇ ਡਰਾ ਕਰ ਲਿਆ, AR ਐਂਡ MR ਕਰਵ ਡਾਊਨਵਰਡ ਸਲੋਪਿੰਗ। MR ਕਰਵ ਹੈ ਜਿਹੜੀ ਇਹ ਜ਼ਿਆਦਾ ਫਾਲ ਕਰ ਰਹੀ ਹੈ AR ਕਰਵ ਦੇ ਨਾਲੋਂ, ਤਦ MR ਕਰਵ AR ਕਰਵ ਤੋਂ ਨੀਚੇ ਹੋਏਗੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਇਕੁਇਲਿਬ੍ਰੀਅਮ ਦੇਖਣਾ ਹੈ ਕਿ ਇਕੁਇਲਿਬ੍ਰੀਅਮ ਕਿੱਥੇ ਹੈ। ਇਕੁਇਲਿਬ੍ਰੀਅਮ ਦੇ ਲਈ MC MR ਨੂੰ ਨੀਚੇ ਤੋਂ ਕੱਟ ਕਰੇਗੀ। ਤਾਂ MC ਕਰਵ ਹੈ ਜਿਹੜੀ ਮਾਰਜਨਲ ਕਾਸਟ ਕਰਵ, ਉਹਨੇ ਕੀ ਕੀਤਾ, MR ਨੂੰ ਨੀਚੇ ਤੋਂ ਕੱਟ ਕੀਤਾ। ਤਾਂ MC ਨੇ MR ਨੂੰ ਜਿੱਥੇ ਕੱਟ ਕੀਤਾ ਦੈਟ ਪੁਆਇੰਟ ਇਜ਼ ਦਾ E ਪੁਆਇੰਟ ਆ। E ਪੁਆਇੰਟ ਤੇ ਕੀ ਹੈ, MC MR ਹੈ। ਇੱਕ ਯੂਨਿਟ ਜ਼ਿਆਦਾ ਪ੍ਰੋਡਿਊਸ ਕਰਨ ਤੇ ਜੋ ਕਾਸਟ ਆ ਰਹੀ ਹੈ ਉਹ ਕਿਸ ਤੇ ਇਕੁਅਲ ਹੈ, ਇੱਕ ਯੂਨਿਟ ਨੂੰ ਜ਼ਿਆਦਾ ਸੇਲ ਕਰਨ ਤੇ ਜੋ ਰੈਵਨਿਊ ਮਿਲ ਰਿਹਾ ਉਸ ਤੇ ਇਕੁਅਲ ਹੈ। ਮੀਨਸ MC MR ਹੈ E ਪੁਆਇੰਟ ਤੇ, ਦੈਨ E ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ। ਜਿੱਥੇ ਕਹਿੰਦੇ ਕੀ ਆ, ਆਪਾਂ ਇਕੁਇਲਿਬ੍ਰੀਅਮ ਪੁਆਇੰਟ ਤੋਂ E ਤੋਂ ਉੱਪਰ ਲਾਈਨ AR ਤੱਕ ਡਰਾ ਕਰਾਂਗੇ ਜਿਸ ਤੋਂ ਆਪਣਾ ਰੈਵਨਿਊ ਪਤਾ ਲੱਗੇਗਾ, ਐਵਰੇਜ ਰੈਵਨਿਊ, ਐਂਡ ਨੀਚੇ ਡਰਾ ਕਰਾਂਗੇ ਜਿਸ ਤੋਂ ਆਪਣੀ ਆउटपुट ਪਤਾ ਲੱਗੇਗੀ, ਠੀਕ ਹੈ। ਐਵਰੇਜ ਰੈਵਨਿਊ ਮੀਨਸ ਪ੍ਰਾइस ਪਤਾ ਲੱਗੇਗਾ। ਤਾਂ ਕਹਿੰਦੇ E ਪੁਆਇੰਟ ਤੋਂ ਉੱਪਰ AR ਤੱਕ ਜੋ ਲਾਈਨ ਡਰਾ ਕੀਤੀ ਹੈ Q ਪੁਆਇੰਟ ਤੱਕ, ਤਾਂ Q ਤੋਂ P, ठीक है। P ਤਾਂ OP अपना किया इक्विलिब्रियम प्राइस है जो मोनोपोलिस्टिक फर्म ने फिक्स किया है किन्नी आउटपुट ਦਾ OM आउटपुट ਦਾ। ਤਾਂ OM इज द इक्विलिब्रियम आउटपुट जो एक फर्म करेगी एंड OP इज द इक्विलिब्रियम प्राइस, ठीक है।
ਉਸ ਤੋਂ ਬਾਅਦ ਆਪਾਂ ਆਪਣਾ ਥਰਡ ਕੰਡੀਸ਼ਨ ਦੇਖਦੇ ਹਾਂ। ਇਹ ਤਾਂ ਇਕੁਇਲਿਬ੍ਰੀਅਮ ਹੋ ਗਿਆ ਜਿੱਥੇ ਪ੍ਰਾਈਸ ਤੇ ਆਊਟਪੁੱਟ ਫਿਕਸ ਹੋ ਗਿਆ। ਆਪਣੀ ਥਰਡ ਕੰਡੀਸ਼ਨਸ ਮੀਨਸ ਕਿ ਏ ਆਰ ਤੇ ਸੀ ਆਰ ਦੀ ਕੀ ਸਿਚੁਏਸ਼ਨ ਹੈ। ਅਗਰ ਕਹਿੰਦੇ ਏ ਆਰ ਗ੍ਰੇਟਰ ਦੈਨ ਏ ਸੀ ਹੈ ਤਾਂ ਮੀਨਸ ਸੁਪਰ ਨਾਰਮਲ ਪ੍ਰੋਫਿਟ ਹੈ। ਤਾਂ ਆਪਾਂ ਕੀ ਦੇਖਦੇ ਹਾਂ, ਹੁਣ ਏ ਸੀ ਡਰਾ ਕਰਦੇ ਹਾਂ ਸੁਪਰ ਨਾਰਮਲ ਪ੍ਰੋਫਿਟ ਦੇਖਣ ਦੇ ਲਈ। ਤਾਂ ਏ ਸੀ ਦੇਖੋ ਤੁਸੀਂ ਐਵਰੇਜ ਕਾਸਟ ਕਰਵ ਕੀ ਹੈ, ਜਿਹੜੀ ਆਪਣੀ ਯੂ ਸ਼ੇਪ ਦੀ ਕਰਵ ਹੈ ਐਵਰੇਜ ਕਾਸਟ ਕਰਵ ਏ ਸੀ ਕਰਵ, ਉਹ ਕੀ ਹੈ ਏ ਆਰ ਤੋਂ ਨੀਚੇ ਹੈ। ਏ ਆਰ ਤੋਂ ਨੀਚੇ ਹੈ ਤੇ ਆਪਣੀ ਜਿਹੜੀ ਹੈ ਪ੍ਰਾइस ਲਾइन ਉਹਨੂੰ ਉਹ ਕੀ ਕਰ ਰਹੀ ਹੈ ਐਸ ਪੁਆਇੰਟ ਤੇ ਕੱਟ ਕਰ ਰਹੀ ਹੈ। ਦੈਨ ਐਸ ਪੁਆਇੰਟ ਸਾਡਾ ਕੀ ਸ਼ੋ ਕਰ ਰਿਹਾ ਹੈ, ਐਵਰੇਜ ਕਾਸਟ ਕਰਵ ਐਸ ਪੁਆਇੰਟ ਤੇ ਕੱਟ ਕਰੀ ਹੈ। ਤਾਂ ਐਸ ਐਮ ਸਾਡੀ ਕੀ ਹੈ ਕਾਸਟ ਹੈ, क्योंकि AC एवरेज रेवेन्यू तो नीचे है तो रेवेन्यू साडा है QM इज द रेवेन्यू एंड SM इज द कॉस्ट। तो SM कॉस्ट इक्वल टू RO कॉस्ट, ठीक है। कॉस्ट कितनी है OR है, रेवेन्यू कितना है OP है। तो कॉस्ट के विचों रेवेन्यू माइनस करांगे, ठीक है। तो अपना टोटल रेवेन्यू कितना है QM है, QM रेवेन्यू के विचों SM कॉस्ट माइनस करांगे की बचेगा QS बचेगा। देन QS इज द प्रॉफिट जो सानू होया है दैट इज अ सुपर नॉर्मल प्रॉफिट जो साडा रेवेन्यू कॉस्ट दे नालों ज़्यादा है। ਤਾਂ ਤੁਸੀਂ ਕਹਿ ਸਕਦੇ ਹੋ ਜਿਵੇਂ ਕਿ ਟੋਟਲ ਤੁਸੀਂ ਦੇਖ ਸਕਦੇ ਹੋ ਕਿ ORSM ਦਿਸ ਇਜ਼ ਦ ਕਾਸਟ ਆਫ OM प्रोडक्शन एंड OPQM OPQM ਕੀ ਹੈ ਸਾਡਾ ਟੋਟਲ ਰੈਵਨਿਊ ਹੈ OM ਪ੍ਰੋਡਕਸ਼ਨ ਤੋਂ ਜੋ ਸਾਨੂੰ ਮਿਲ ਰਿਹਾ ਹੈ। ਜਦੋਂ ਰੈਵਨਿਊ ਦੇ ਵਿੱਚੋਂ OPQM ਦੇ ਵਿੱਚੋਂ ਆਪਾਂ ਕਾਸਟ ਨੂੰ ORSM ਕਾਸਟ ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਕੀ ਰਹਿ ਜਾਏਗਾ PQRS। PQRS ਕੀ ਹੈ ਸਾਡਾ ਰੈਵਨਿਊ ਜ਼ਿਆਦਾ ਹੈ ਕਾਸਟ ਦੇ ਨਾਲੋਂ, ਦਿਸ ਇਜ਼ ਅ ਸੁਪਰ ਨਾਰਮਲ ਪ੍ਰੋਫਿਟ। ਇਹ ਸਾਡਾ ਕੀ ਹੈ ਸੁਪਰ ਨਾਰਮਲ प्रॉफिट है। तो क्योंकि इतने किया AR ग्रेटर देन AC है तो इतने फर्म की कर रही है सुपर नॉर्मल प्रॉफिट अर्न कर रही है। जो शेडेड एरिया है ब्लू शेडेड एरिया इज अ सुपर नॉर्मल प्रॉफिट क्योंकि SM कॉस्ट तो साडा रेवेन्यू QM की है ज़्यादा है मीनस QS इज अ प्रॉफिट। तो इतने फर्म मोनोपिस्टिक कंपीटिशन के सुपर नॉर्मल प्रॉफिट अर्न कर सकती है जो एवरेज रेवेन्यू ग्रेटर देन एवरेज कॉस्ट होगी। ਤੇ ਕਹਿੰਦੇ ਇੱਕ ਫਰਮ ਕਹਿੰਦੇ ਜਿਹੜੀ ਹੈ ਆਪਣੀ ਮੋਨੋਪਿਸਟਿਕ ਕੰਪੀਟੀਸ਼ਨ ਉਹਦੇ ਵਿੱਚ ਮਿਨੀਮਮ ਲਾਸ ਵੀ ਉਹਨੂੰ ਹੋ ਸਕਦਾ ਹੈ। ਕਹਿੰਦੇ ਸ਼ਾਰਟ ਰਨ ਦੇ ਵਿੱਚ ਮਿਨੀਮਮ ਲਾਸ ਕਿਸ ਚੀਜ਼ ਦਾ ਹੋਏਗਾ, ਕਹਿੰਦੇ ਫਰਮ ਜਦੋਂ ਇਕੁਇਲਿਬ੍ਰੀਅਮ ਦੇ ਵਿੱਚ ਹੋਏਗੀ ਤੇ ਉਹ ਇਨਕਿਉਰ ਕਰੇਗੀ ਫਿਕਸਡ ਕਾਸਟ ਦਾ ਲਾਸ। ਓਨਲੀ ਫਿਕਸਡ ਕਾਸਟ ਦਾ ਲਾਸ ਹੋ ਰਿਹਾ ਹੁੰਦਾ ਉਹਨੂੰ ਜੋ ਫਿਕਸਡ ਫੈਕਟਰਸ ਤੇ ਆਉਂਦਾ ਹੈ ਤੇ ਵੇਰੀਏਬਲ ਕਾਸਟ ਨੂੰ ਉਹ ਕਵਰ ਕਰ ਪਾ ਰਹੀ ਹੁੰਦੀ ਆ। ਤਾਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇਖਦੇ ਹਾਂ ਜਿੱਥੇ MC MR ਨੂੰ ਕੱਟ ਕਰੇਗੀ ਤੇ MC MR ਹੋਏਗਾ, ਉੱਥੇ ਇਕੁਇਲਿਬ੍ਰੀਅਮ ਪ੍ਰਾਈਸ ਤੇ ਆਊਟਪੁੱਟ ਫਿਕਸ ਹੋਏਗੀ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਲਾਸ ਹੋ ਰਿਹਾ ਜਾਂ ਨਾਰਮਲ ਪ੍ਰੋਫਿਟ ਹੋ ਰਿਹਾ, ਠੀਕ ਹੈ। ਰੈਵਨਿਊ ਤੇ ਕਾਸਟ ਕਿੰਨੀ ਹੈ ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਤੇ ਆਊਟਪੁੱਟ ਐਂਡ OY ਤੇ ਰੈਵਨਿਊ ਐਂਡ ਕਾਸਟ ਲਿਖੀ ਹੋਈ ਹੈ। AR ਤੇ MR ਕਰਵ ਦੋਨੇ ਫਿਕ ਨੇ डाउनवर्ड स्लोपिंग ने एंड उस तो बाद जी अपनी MC कर्व है MR ਨੂੰ नीचे तो कट कर रही है E पॉइंट ਤੇ E पॉइंट इज अ इक्विलिब्रियम पॉइंट। कहते इक्विलिब्रियम पॉइंट ਨੂੰ नीचे ਤੇ ਉੱਪਰ ਡਰਾ ਕਰਾਂਗੇ AR तक K तक ਤਾਂ ਆਪਣੀ ਜੋ ਹੈ ਟੋਟਲ ਜਿਹੜੀ ਆਊਟਪੁੱਟ ਹੈ इक्विलिब्रियम आउटपुट दैट इज अ ON एंड इक्विलिब्रियम प्राइस कितना है अपना OT मींस KN इज अ इक्विलिब्रियम प्राइस एंड ਜਿਹੜੀ ਹੈ ਆਪਣੀ ਆਊਟਪੁੱਟ ON ਤੇ ਉਸ ਤੋਂ ਬਾਅਦ ਐਵਰੇਜ ਜਿਹੜੀ ਰੈਵਨਿਊ ਸਾਨੂੰ ਪਤਾ ਲੱਗ ਗਿਆ ਐਵਰੇਜ ਰੈਵਨਿਊ ਸਾਡਾ ਕਿੰਨਾ ਹੈ KN ਹੈ TO ਹੈ मतलब ਸਾਡੀ ਜਿਹੜੀ ਇਨਕਮ ਹੈ OTKN ਹੈ। ਤੇ ਉਸ ਤੋਂ ਬਾਅਦ ਐਵਰੇਜ ਕਾਸਟ ਕਰਵ ਦੇਖਨੇ ਆਪਾਂ ਐਵਰੇਜ ਕਾਸਟ ਕਰਵ ਕੀ ਹੈ AR ਤੋਂ ਉੱਪਰ ਹੈ। ਯੂ ਸ਼ੇਪ ਦੀ ਐਵਰੇਜ ਕਾਸਟ ਕਰਵ AR ਤੋਂ ਅਬਵ ਹੈ जो ਸਾਨੂੰ ਸ਼ੋ ਕਰ ਰਹੀ ਹੈ ਕਿ ਰੈਵਨਿਊ ਨੀਚੇ ਹੈ ਐਂਡ ਕਾਸਟ ਕਰਵ ਉੱਪਰ ਹੈ मींस AC ग्रेटर देन AR है। ਤਾਂ ਆਪਾਂ ਉਹਨੂੰ ਕਿਵੇਂ ਦੇਖ ਸਕਦੇ ਹਾਂ ਆਪਾਂ MC AC ਨੂੰ ਮਿਡ ਪੁਆਇੰਟ ਤੇ ਕੱਟ ਕਰੇਗੀ ਤੇ E ਤੋਂ H ਤੱਕ ਪੁਆਇੰਟ ਜਾ ਰਹੀ ਹੈ AC ਨੂੰ ਟੱਚ ਕਰੀ ਸਾਡੀ ਕਾਸਟ ਦੱਸ ਰਹੀ ਹੈ ਕਾਸਟ ਕਰਵ ਨੂੰ ਟੱਚ ਕਰਕੇ, ਠੀਕ ਹੈ ਸਾਡੀ ਇਕੁਇਲਿਬ੍ਰੀਅਮ ਲਾਈਨ तब H तो G तक, ठीक है मींस HN की साड़ी टोटल कॉस्ट है, ठीक है ONHG तुसी बोल सकते हो। HN अगर तुसी सिर्फ सीधा लाइन के थ्रू देखना है HN इज अ कॉस्ट एंड KN इज अ रेवेन्यू। अगर टोटल देखना है देन OTKN इज अ रेवेन्यू एंड OGHN दिस इज अ टोटल कॉस्ट। ਜਦੋਂ ਆਪਾਂ ਟੋਟਲ ਕਾਸਟ ਦੇ ਵਿੱਚੋਂ ਮੀਨਸ OGHN ਦੇ ਵਿੱਚੋਂ ਆਪਣਾ ਰੈਵਨਿਊ ਮਾਈਨਸ ਕਰਾਂਗੇ OTKN ਤਾਂ ਆਪਣੇ ਕੋਲ ਕੀ ਰਹਿ ਜਾਏਗਾ
GTKH रह जाएगा। दिस इज द लॉस। लॉस क्यों है? क्योंकि ये साडी कॉस्ट है जो रेवेन्यू के नालों ज़्यादा है। रेवेन्यू साडी KN है, जबकि साडी ਜਿਹੜੀ है कॉस्ट साडी है HN है। मीनस HK ਜਿਹੜੀ अपनी कॉस्ट है वो ज़्यादा है ON प्रोडक्शन की। ਤਾਂ ਇਟਸ ਮੀਨਸ ਆਪਾਂ ਨੂੰ ਕੀ ਹੋ ਰਿਹਾ, ਇੱਕ ਫਰਮ ਨੂੰ ਕੀ ਹੋ ਰਿਹਾ, ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਲਾਸ ਹੋ ਰਿਹਾ। ਲਾਸ ਕਿੰਨਾ ਹੈ? ਜੋ ਸ਼ੇਡਡ ਏਰੀਆ ਬਲੂ ਕਲਰ ਦਾ ਹੈ GHTK, ਇਹ ਸ਼ੇਡਡ ਏਰੀਆ ਹੈ ਕੀ ਹੈ? ਲਾਸ ਹੈ। ਜੋ ਮਿਨੀਮਮ ਲਾਸ ਇੱਕ ਫਰਮ ਨੂੰ ਹੋ ਰਿਹਾ ਉਹ ਕਿਸ ਚੀਜ਼ ਦਾ ਹੋ ਰਿਹਾ? ਓਨਲੀ ਫਿਕਸਡ ਫੈਕਟਰਸ ਦਾ ਹੋ ਰਿਹਾ। ਤਾਂ ਜਿਹੜਾ K ਤੋਂ H ਤੱਕ ਲਾਸ ਹੈ ਫਿਕਸਡ ਫੈਕਟਰਸ ਦਾ ਹੈ। ਐਵਰੇਜ ਵੇਰੀਏਬਲ ਕਾਸਟ ਜਿਹੜੀ ਉਹ ਕਵਰ ਕੀਤੀ ਜਾ ਰਹੀ ਹੈ ਓਨਲੀ ਫਿਕਸਡ ਫੈਕਟਰਸ ਦੇ ਕਰਕੇ ਸਾਨੂੰ ਕੀ ਹੋ ਰਿਹਾ? ਲਾਸ ਹੋ ਰਿਹਾ, ਜਿਹਦੇ ਕਰਕੇ AC ਆਪਣੀ ਕੀ ਹੈ? ਅਬਵ ਹੈ AR ਦੇ ਨਾਲੋਂ। ਤਦ ਇੱਕ ਫਰਮ ਕਹਿੰਦੇ ਮਿਨੀਮਮ ਲਾਸ ਅਕਰ ਕਰ ਸਕਦੀ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ। ਉਸ ਤੋਂ ਬਾਅਦ ਇਕੁਇਲਿਬਰੀਅਮ ਕਹਿੰਦੇ ਇੱਕ ਫਰਮ ਸ਼ਾਰਟ ਰਨ ਦੇ ਵਿੱਚ ਇਕੁਇਲਿਬਰੀਅਮ ਮੀਨਸ ਨਾਰਮਲ ਪ੍ਰੋਫਿਟ ਅਰਨ ਕਰੇਗੀ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਫਰਮ ਕੀ ਕਰ ਰਹੀ ਹੈ? ਨਾਰਮਲ ਪ੍ਰੋਫਿਟ ਗੇਨ ਕਰ ਰਹੀ ਹੈ। ਇੰਡੀਵਿਜੂਅਲ ਫਰਮਸ ਇਨ ਸ਼ਾਰਟ ਰਨ, ਇਕੁਇਲਿਬਰੀਅਮ ਇਨ ਸ਼ਾਰਟ ਰਨ, ਠੀਕ ਹੈ। ਲੌਂਗ ਰਨ ਦੇ ਵਿੱਚ ਵੀ ਕਹਿੰਦੇ ਨਾਰਮਲ ਪ੍ਰੋਫਿਟ ਹੀ ਹੋਏਗਾ, ਲੇਕਿਨ ਸ਼ਾਰਟ ਰਨ ਦੇ ਵਿੱਚ ਵੀ ਨਾਰਮਲ ਪ੍ਰੋਫਿਟ ਹੋਏਗਾ। ਲੌਂਗ ਰਨ ਤੇ ਜਿਹੜੀ ਆਪਣੀ ਸ਼ਾਰਟ ਰਨ ਦੀ ਇਹ ਡਾਇਗਰਾਮ ਹੈ ਆਪਣੀ ਇਹ ਸੇਮ ਰਹੇਗੀ, ਠੀਕ ਹੈ। ਤਾਂ ਲੌਂਗ ਰਨ ਤੇ ਸ਼ਾਰਟ ਰਨ ਦੋਨੋਂ ਦੇ ਵਿੱਚ ਨਾਰਮਲ ਪ੍ਰੋਫਿਟ ਹੋਏਗਾ। ਸਭ ਤੋਂ ਪਹਿਲਾਂ ਤੁਸੀਂ ਇਹਨੂੰ ਅਸਿਊਮ ਕਰ ਲਓ ਕਿ ਦਿਸ ਇਜ਼ ਅ ਸ਼ਾਰਟ ਰਨ ਪੀਰੀਅਡ। ਕਹਿੰਦੇ ਸ਼ਾਰਟ ਰਨ ਦੇ ਵਿੱਚ ਵੀ ਇੱਕ ਫਰਮ ਹੈ ਜਿਹੜੀ ਆਪਣੀ ਨਾਰਮਲ ਪ੍ਰੋਫਿਟ ਅਰਨ ਕਰੇਗੀ। ਨਾਰਮਲ ਪ੍ਰੋਫਿਟ ਉਦੋਂ ਹੋਏਗਾ ਸੇਮ ਇਕੁਇਲਿਬਰੀਅਮ ਦੀ ਪੋਜੀਸ਼ਨ ਜਿੱਥੇ ਕਹਿੰਦੇ SM अपना MC इज इक्वल टू MR है। MC MR ਨੂੰ ਨੀਚੇ ਤੋਂ ਕੱਟ ਕਰ ਰਿਹਾ ਹੈ ਤੇ ਇੱਥੇ ਕਹਿੰਦੇ ਸ਼ਾਰਟ ਰਨ ਦੀ ਐਵਰੇਜ ਕਾਸਟ ਐਵਰੇਜ ਰੈਵਨਿਊ ਦੇ ਇਕੁਅਲ ਹੋਏਗੀ। ਦੈਟ ਇਜ਼ ਦ ਇਕੁਇਲਿਬਰੀਅਮ ਪੁਆਇੰਟ। ਲੇਕਿਨ ਇੱਥੇ ਲੌਂਗ ਰਨ ਦਾ ਦਿਖਾਇਆ ਹੋਇਆ ਹੈ। ਤਾਂ ਸ਼ਾਰਟ ਰਨ ਦੇ ਵਿੱਚ ਜਿੱਥੇ AC ਇਜ਼ ਇਕੁਅਲ ਟੂ AR ਹੋਏਗੀ ਉੱਥੇ ਇੱਕ ਫਰਮ ਕੀ ਹੋਏਗੀ? ਨਾਰਮਲ ਪ੍ਰੋਫਿਟ ਅਰਨ ਕਰੇਗੀ। ਤਾਂ ਇਸ ਤੋਂ ਬਾਅਦ ਲੌਂਗ ਰਨ ਇਕੁਇਲਿਬਰੀਅਮ ਇਨ ਮੋਨੋਪੋਲਿਸਟਿਕ ਕੰਪੀਟੀਸ਼ਨ ਕਹਿੰਦੇ ਫਰਮ ਲੌਂਗ ਰਨ ਦੇ ਵਿੱਚ ਕਹਿੰਦੇ ਕਿਸ ਕਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ? ਲੌਂਗ ਰਨ ਤੁਹਾਨੂੰ ਪਤਾ ਹੈ ਕਿ ਲੌਂਗ ਰਨ ਉਹ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਕਹਿੰਦੇ ਜਦੋਂ ਫਰਮ ਨੇ ਪ੍ਰੋਡਕਸ਼ਨ ਕਪੈਸਿਟੀ ਦੇ ਵਿੱਚ ਚੇਂਜ ਕਰਨਾ ਹੁੰਦਾ ਹੈ ਤਦ ਕਹਿੰਦੇ ਉਹਦਾ ਰਿਸਪੌਂਸ ਕੀ ਹੁੰਦਾ ਹੈ ਕਿ ਉਹ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਚੇਂਜ ਕਰ ਸਕਦੀ ਹੈ। ਉਹ ਪਲਾਂਟ, ਮਸ਼ੀਨਰੀ, ਰॉ ਮਟੀਰੀਅਲ, ਲੇਬਰ ਸਭ ਨੂੰ ਚੇਂਜ ਕਰਦੀ ਆ। ਤਾਂ ਲੌਂਗ ਰਨ ਦੇ ਵਿੱਚ ਕਹਿੰਦੇ ਉਹ ਆਪਣੀ ਪ੍ਰੋਡਕਸ਼ਨ ਨੂੰ ਅਕੋਰਡਿੰਗ ਟੂ ਡਿਮਾਂਡ ਕਹਿੰਦੇ ਇਨਕਰੀਜ਼ ਕਰ ਸਕਦੀ ਆ। ਕਹਿੰਦੇ ਇੱਕ ਇਫ ਸਮ ਕਹਿੰਦੇ ਇਹਦੇ ਵਿੱਚ ਕੀ ਹੈ? ਲੇਕਿਨ ਕਹਿੰਦੇ ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ, ਲੇਕਿਨ ਦੇਖੋ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਦੋਨਾਂ ਦੇ ਵਿੱਚ ਫਰਮ ਲੌਂਗ ਰਨ ਦੇ ਵਿੱਚ ਓਨਲੀ ਨਾਰਮਲ ਪ੍ਰੋਫਿਟ ਅਰਨ ਕਰਦੀ ਹੈ। ਸਿਰਫ ਮੋਨੋਪੋਲੀ ਦੇ ਵਿੱਚ ਫਰਮ ਕੀ ਕਰਦੀ ਹੈ? ਸੁਪਰ ਨਾਰਮਲ ਪ੍ਰੋਫਿਟ ਅਰਨ ਕਰਦੀ ਹੈ ਲੌਂਗ ਰਨ ਦੇ ਵਿੱਚ, ਕਿਉਂਕਿ ਉੱਥੇ ਨਿਊ ਫਰਮਸ ਐਂਟਰ ਨਹੀਂ ਹੋ ਸਕਦੀਆਂ ਤੇ ਪੁਰਾਣੀਆਂ ਫਰਮਾਂ ਤਾਂ ਹੈ ਉਹ ਨਹੀਂ, ਉੱਥੇ ਇੱਕੋ ਫਰਮ ਹੈ। ਮੋਨੋਪੋਲੀ ਹੈ ਉਹ ਸੁਪਰ ਨਾਰਮਲ ਪ੍ਰੋਫਿਟ ਲੌਂਗ ਰਨ ਦੇ ਵਿੱਚ ਕੀ ਇੰਜੋਏ ਕਰੇਗੀ। ਲੇਕਿਨ ਹੁਣ ਇੱਥੇ ਜਿਹੜੀ ਮੋਨੋਪੋਲਿਸਟਿਕ ਕੰਪੀਟੀਸ਼ਨ ਇੱਥੇ ਲਾਰਜ ਨੰਬਰ ਆਫ ਫਰਮਸ ਨੇ। ਤਾਂ ਲਾਰਜ ਨੰਬਰ ਆਫ ਫਰਮਸ ਹੋਣ ਦੇ ਕਰਕੇ ਕਹਿੰਦੇ ਜਦੋਂ ਸੁਪਰ ਨਾਰਮਲ ਪ੍ਰੋਫਿਟ ਅਗਰ ਲੌਂਗ ਰਨ ਦੇ ਵਿੱਚ ਕਿਸੇ ਫਰਮ ਨੂੰ ਹੋ ਵੀ ਰਿਹਾ ਹੈ, ਇਫ ਫਰਮਸ ਅਰਨ ਸੁਪਰ ਨਾਰਮਲ ਪ੍ਰੋਫਿਟ ਦੈਨ ਸੈਵਰਲ ਨਿਊ ਫਰਮਸ ਵਿਲ ਕਮ। ਜਾਂ ਉਹਨੂੰ ਦੇਖ ਕੇ ਹੋਰ ਜਿਹੜੀਆਂ ਫਰਮਸ ਨੇ ਉਹ ਵੀ ਮਾਰਕੀਟ ਦੇ ਵਿੱਚ ਆਉਣਗੀਆਂ ਤਾਂ ਉਹ ਵੀ ਕੀ ਆ ਆਪਣੀ ਜਿਹੜੇ ਪ੍ਰੋਡਕਟ ਨੇ ਉਹਨੂੰ ਪ੍ਰੋਡਿਊਸ ਕਰਨਗੀਆਂ ਤਾਂ ਜਿਹਦੇ ਥਰੂ ਟੋਟਲ ਸਪਲਾਈ ਆ ਉਹ ਇਨਕਰੀਜ਼ ਹੋਏਗੀ। ਤਾਂ ਟੋਟਲ ਸਪਲਾਈ ਇਨਕਰੀਜ਼ ਹੋਣ ਦੇ ਨਾਲ ਕੀ ਆ ਜਿਹੜੀ ਲਾਰਜ ਨੰਬਰ ਆਫ ਫਰਮਸ ਨੇ ਪਹਿਲਾਂ ਤੋਂ ਡਿਸਟਰਬ ਹੋਣਗੀਆਂ, ਉਹਨਾਂ ਨੂੰ ਕੀ ਕਰਨਾ ਪਏਗਾ? ਆਪਣੇ ਪ੍ਰਾਈਸਿਸ ਘੱਟ ਕਰਨੇ ਪੈਣਗੇ। ਤਾਂ ਪ੍ਰਾਈਸਿਸ ਘੱਟ ਕਰਨ ਦੇ ਨਾਲ ਕੀ ਆ ਜਿਹੜਾ ਉਹਨਾਂ ਨੂੰ ਪਹਿਲਾਂ ਸੁਪਰ ਨਾਰਮਲ ਪ੍ਰੋਫਿਟ ਹੋ ਰਿਹਾ ਸੀ ਉਹ ਕੀ ਆ ਜਾਏਗਾ? ਨਾਰਮਲ ਪ੍ਰੋਫਿਟ ਤੇ ਆ ਜਾਏਗਾ, ਕਿਉਂਕਿ ਪ੍ਰਾਈਸ ਪਹਿਲਾਂ ਨਾਲੋਂ ਘੱਟ ਗਏ, ਐਵਰੇਜ ਰੈਵਨਿਊ ਪਹਿਲਾਂ ਨਾਲੋਂ ਘੱਟ ਗਿਆ, AC ਦੇ ਇਕੁਅਲ ਆ ਗਿਆ। ਅਗਰ ਕਹਿੰਦੇ ਇਨ ਆਰਡਰ ਟੂ ਕ੍ਰੀਏਟ ਮੋਰ ਡਿਮਾਂਡ ਦੇयर ਪੀਰੀਅਡ ਕਹਿੰਦੇ ਜਦੋਂ ਮੋਰ ਡਿਮਾਂਡ ਹੋਏਗੀ ਤਾਂ ਲੋਅਰ ਪ੍ਰਾਈਸਿਸ ਹੋਣਗੇ। ਜਦੋਂ ਫਰਮਸ ਨੇ ਐਂਟਰ ਕੀਤਾ ਤਾਂ ਪ੍ਰੋਡਕਟਸ ਦੇ ਪ੍ਰਾਈਸ ਕੀ ਹੋਣਗੇ? ਡਾਊਨ ਹੋਣਗੇ। ਤੇ ਉਸ ਤੋਂ ਬਾਅਦ ਅਗਰ ਕਹਿੰਦੇ ਕਿਸੇ ਫਰਮ ਨੂੰ ਕੀ ਹੋ ਰਿਹਾ ਹੈ? ਲਾਸ ਹੋ ਰਿਹਾ ਹੈ, ਮਿਨੀਮਮ ਲਾਸ ਹੋ ਰਿਹਾ ਹੈ, ਤਦ ਕਹਿੰਦੇ ਕੁਝ ਫਰਮਾਂ ਆਪਣੀ ਗਰੁੱਪ ਨੂੰ, ਇੰਡਸਟਰੀ ਨੂੰ ਛੱਡ ਕੇ ਜਾਣਗੀਆਂ, ਲੀਵ ਕਰਨਗੀਆਂ, ਜਿਹਦੇ ਕਰਕੇ ਕੀ ਆ ਸਪਲਾਈ ਆਫ ਪ੍ਰੋਡਕਟਸ ਘਟ ਜਾਏਗੀ ਤੇ ਪ੍ਰਾਈਸਿਸ ਇਨਕਰੀਜ਼ ਹੋ ਜਾਏਗੀ, ਜਿਹਦੇ ਕਰਕੇ ਫਿਰ ਆਪਾਂ ਨਾਰਮਲ ਪ੍ਰੋਫਿਟ ਤੇ ਪਹੁੰਚ ਜਾਵਾਂਗੇ। ਕਹਿੰਦੇ ਹਮੇਸ਼ਾ ਹੀ ਕਹਿੰਦੇ ਲੌਂਗ ਰਨ ਦੇ ਵਿੱਚ ਕਹਿੰਦੇ ਜਿਹੜੀ ਆਪਣੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਫਰਮਸ ਨੇ ਉਹ ਕੀ ਕਰਦੀਆਂ ਨੇ? ਨਾਰਮਲ ਪ੍ਰੋਫਿਟ ਅਰਨ ਕਰਦੀਆਂ ਨੇ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਆਊਟਪੁੱਟ ਲਿੱਤੀ ਹੋਈ ਆ, OY ਤੇ ਰੈਵਨਿਊ ਐਂਡ ਕਾਸਟ ਲਿੱਤਾ ਹੋਇਆ ਹੈ। ਜਿਹੜੀ ਆਪਣੀ LAC ਹੈ ਦਿਸ ਇਜ਼ ਦਾ ਲੌਂਗ ਰਨ ਐਵਰੇਜ ਕਾਸਟ, LMC long run marginal cost, AR long run the average revenue and long run the marginal revenue is the MR।
ਤਾਂ ਲੌਂਗ ਰਨ ਦੀ ਜਿਹੜੀ ਐਵਰੇਜ ਤੇ ਮਾਰਜਨਲ ਰੈਵਨਿਊ ਕਰਵ ਹੈ ਉਹ ਵੀ ਲੈਫਟ ਰਾਈਟ ਡਾਊਨਵਰਡ ਹੈਗੀ, ਤੇ ਲੌਂਗ ਰਨ ਦੀ ਮਾਰਜਨਲ ਕਾਸਟ ਕਰਵ ਐਮਆਰ ਕਰਵ ਨੂੰ ਨੀਚੇ ਤੋਂ ਕੱਟ ਕਰੇਗੀ, ਜਿੱਥੋਂ ਕੱਟ ਕਰੇਗੀ ਡੈਟ ਪੁਆਇੰਟ ਇਜ਼ ਦਾ ਇਕੁਇਲਿਬਰੀਅਮ ਪੁਆਇੰਟ। ਉੱਥੋਂ ਕਹਿੰਦੇ ਆਪਣੀ OM ਆਊਟਪੁੱਟ ਇਕੁਇਲਿਬਰੀਅਮ ਆਊਟਪੁੱਟ ਫਿਕਸ ਹੋਈ ਹੈ ਤੇ OP ਇਕੁਇਲਿਬਰੀਅਮ ਪ੍ਰਾਈਸ ਫਿਕਸ ਹੋਇਆ। ਤੇ ਉਸ ਤੋਂ ਬਾਅਦ ਜਿਹੜੀ ਲੌਂਗ ਰਨ ਦੀ ਐਵਰੇਜ ਕਾਸਟ ਕਰਵ ਹੈ ਉਹ AR ਦੇ ਕੀ ਹੈ, ਇਕੁਅਲ ਹੈ। AR ਦੇ ਇਕੁਅਲ ਹੈ, ER ਨੂੰ ਟੱਚ ਕਰਦੀ ਹੋਈ ਅਬਵ ਜਾ ਰਹੀ ਹੈ, ਯੂ ਸ਼ੇਪ ਦੀ ਹੈ, ਤਾਂ P ਪੁਆਇੰਟ ਤੇ ਉਹ AR ਨੂੰ ਟੱਚ ਕਰੀਏ ਤਾਂ P ਪੁਆਇੰਟ ਤੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਜਿੰਨੀ ਲੌਂਗ ਰਨ ਦੀ ਐਵਰੇਜ ਕਾਸਟ ਹੈ ਉਨਾ ਹੀ ਐਵਰੇਜ ਰੈਵਨਿਊ ਹੈ, ਜਾਂ AR AC ਦੇ ਇਕੁਅਲ ਹੈ, ਮਤਲਬ ਨੋ ਪ੍ਰੋਫਿਟ ਨੋ ਲਾਸ ਓਨਲੀ ਨਾਰਮਲ ਪ੍ਰੋਫਿਟ। ਤਾਂ ਇੱਥੇ ਕੀ ਆ, ਲੌਂਗ ਰਨ ਦੇ ਵਿੱਚ ਮੋਨੋਪੋਲਿਸਟਿਕ ਦੇ ਵਿੱਚ ਇੱਕ ਫਰਮ ਕੀ ਕਰ ਰਹੀ ਹੈ, ਨਾਰਮਲ ਪ੍ਰੋਫਿਟ ਹੀ ਹਮੇਸ਼ਾ ਕੀ ਕਰੇਗੀ, ਅਰਨ ਕਰੇਗੀ, ਕਿਉਂਕਿ ਫਰਮਸ ਦੀ ਐਂਟਰੀ ਤੇ ਐਡਜਸਟਿੰਗ ਫ੍ਰੀ ਆ। This is the short run equilibrium in monopolistic competition. And the next is group equilibrium in monopolistic competition. ਹੁਣ ਦੇਖੋ ਆ ਲਾਰਜ ਨੰਬਰ ਆਫ ਫਰਮਸ ਮਿਲ ਕੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਬਣਾਉਂਦੀਆਂ ਸੀ। ਇੱਥੇ ਸਾਰੀਆਂ ਫਰਮਸ ਨੂੰ ਇੱਕ ਗਰੁੱਪ ਦੇ ਅੰਡਰ ਲਿਆ ਗਿਆ ਹੈ, ਗਰੁੱਪ ਦੇ ਅੰਡਰ ਸਾਰੀਆਂ ਜਿਹੜੀਆਂ ਮੋਨੋਪੋਲਿਸਟਿਕ ਕੰਪੀਟੀਸ਼ਨ ਵਿੱਚ ਫਰਮਸ ਨੇ ਉਹ ਆਉਂਦੀਆਂ ਨੇ। ਕਹਿੰਦੇ ਇਹਦੇ ਵਿੱਚ ਕੀ ਹੈ, ਅੰਡਰ ਮੋਨੋਪੋਲੀ ਦੇ ਵਿੱਚ ਕੀ ਓਨਲੀ ਵਨ ਫਰਮ ਹੁੰਦੀ ਸੀ, ਉਹੀ ਇੰਡਸਟਰੀ ਹੁੰਦੀ ਸੀ, ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਦੇਅਰ ਆਰ ਮੈਨੀ ਫਰਮਸ ਪ੍ਰੋਡਿਊਸਿੰਗ ਕਲੋਜ਼ ਸਬਸਟੀਟਿਊਸ਼ਨਸ। ਤਾਂ ਆਪਾਂ ਕਹਿ ਸਕਦੇ ਹਾਂ ਚੈਂਬਰਲਿਨ ਨੇ ਬੋਲਿਆ ਹੈ ਕਿ ਆ ਗਰੁੱਪ ਆਫ ਫਰਮਸ ਮਿਲ ਕੇ ਕੀ ਬਣਾਉਣਗੀਆਂ, ਆ ਗਰੁੱਪ ਆਫ ਫਰਮਸ ਨੂੰ ਆਪਾਂ ਇੱਥੇ ਆਪਾਂ ਗਰੁੱਪ ਆਫ ਫਰਮਸ ਬੋਲਦੇ ਹਾਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ, ਜਿਹੜੀਆਂ ਜਿਵੇਂ ਕਿ ਸਿਰਫ ਟੂਥਪੇਸਟ ਬਣਾਉਂਦੀਆਂ ਨੇ, ਸਿਰਫ ਬਾਥ ਸੋਪ ਬਣਾਉਂਦੀਆਂ ਨੇ, ਠੀਕ ਆ, ਆ ਗਰੁੱਪ ਆਫ ਫਰਮਸ ਇਹਨਾਂ ਨੂੰ ਆਪਾਂ ਮੋਨੋਪੋਲਿਸਟਿਕ ਫਰਮਸ ਨੇ ਆਪਾਂ ਬੋਲ ਸਕਦੇ ਹਾਂ। ਤਾਂ ਡਿਟਰਮੀਨੇਸ਼ਨ ਆਫ ਗਰੁੱਪ ਇਕੁਇਲਿਬਰੀਅਮ ਕਦੋਂ ਹੋਏਗਾ ਕਿ ਗਰੁੱਪ ਇਕੁਇਲਿਬਰੀਅਮ ਦੇ ਵਿੱਚ ਕਿਵੇਂ ਹੈ, ਤੁਸੀਂ ਦੇਖ ਸਕਦੇ ਹੋ। ਤਾਂ ਇੱਥੇ ਕੀ ਆ, ਗਰੁੱਪ ਇਕੁਇਲਿਬਰੀਅਮ ਦੇ ਵਿੱਚ ਤਾਂ ਸ਼ਾਰਟ ਰਨ ਗਰੁੱਪ ਇਕੁਇਲਿਬਰੀਅਮ ਐਂਡ ਲੌਂਗ ਰਨ ਗਰੁੱਪ ਇਕੁਇਲਿਬਰੀਅਮ ਤੁਹਾਨੂੰ ਦਿਖਾਇਆ ਹੋਇਆ ਹੈ। ਤਾਂ ਜਿਹੜੀ ਡਿਮਾਂਡ ਐਂਡ ਕਾਸਟ ਕਰਵਸ ਨੇ ਆਲ ਫਰਮਸ ਦੀਆਂ ਗਰੁੱਪ ਦੀਆਂ ਉਹ ਕੀ ਹੁੰਦੀਆਂ ਨੇ, ਸੇਮ ਹੁੰਦੀਆਂ ਨੇ। ਨੰਬਰ ਆਫ ਫਰਮਸ ਇਜ਼ ਦਾ ਗਰੁੱਪ ਇਜ਼ ਸੋ ਲਾਰਜ ਐਂਡ ਇੰਡੀਵਿਜੂਅਲ ਫਰਮਸ ਬਾਈ ਇਟਸ ਓਨ ਡਿਸੀਜਨ ਕੈਨ ਇਨਫਲੂਐਂਸ ਬਾਈ ਦਾ ਪ੍ਰਾਈਸ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਫਸਟ ਡਾਇਗਰਾਮ ਦੇ ਵਿੱਚ 3.6 ਦਾ ਸ਼ਾਰਟ ਰਨ ਇਕੁਇਲਿਬਰੀਅਮ ਦੇ ਵਿੱਚ ਤੁਸੀਂ ਤੁਹਾਨੂੰ ਗਰੁੱਪ ਦਾ ਇਕੁਇਲਿਬਰੀਅਮ ਦਿਖਾਇਆ ਹੋਇਆ ਹੈ। ਇੱਥੇ ਮਾਰਜਨਲ ਕਾਸਟ ਕਰਵ ਤੇ ਐਵਰੇਜ ਕਾਸਟ ਕਰਵ ਦਿਖਾਈ ਗਈ ਹੈ ਜੋ ਲੈਫਟ ਰਾਈਟ ਕੀ ਹੈ, ਡਾਊਨਵਰਡ ਹੈ। ਤੇ ਇੱਥੇ ਜਿਹੜੀ SM ਕੀ ਹੈ, ਦਿਸ ਇਜ਼ ਅ ਸ਼ਾਰਟ ਰਨ ਮਾਰਜਨਲ ਕਾਸਟ ਕਰਵ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਸ਼ਾਰਟ ਰਨ ਐਵਰੇਜ ਕਾਸਟ ਕਰਵ ਹੈ ਇਹ ਨੀਚੇ ਹੈ, ਠੀਕ ਹੈ। MC MR ਨੂੰ ਜਿੱਥੇ ਕੱਟ ਕਰੇ ਦੈਟ ਪੁਆਇੰਟ ਇਜ਼ ਦਾ ਇਕੁਇਲਿਬਰੀਅਮ ਪੁਆਇੰਟ। ਇਕੁਇਲਿਬਰੀਅਮ ਪੁਆਇੰਟ ਤੇ ਕਹਿੰਦੇ OM ਆਪਣੀ ਆਊਟਪੁੱਟ ਹੈ ਜੋ ਗਰੁੱਪ ਆਫ ਫਰਮਸ ਪ੍ਰੋਡਿਊਸ ਕਰ ਰਹੀ ਹੈ, ਐਂਡ ਆਪਣਾ ਜਿਹੜਾ ਹੈ ਪ੍ਰਾइस OP डैश है, ठीक है, मीन्स PM इज द प्राइस एयर कर्व क्योंकि ऊपर है। एंड ਜਿਹੜਾ ਸ਼ਾਰਟ ਰਨ ਦੀ ਐਵਰੇਜ ਕਾਸਟ ਕਰਵ ਹੈ ਗਰੁੱਪ ਆਫ ਫਰਮਸ ਦੇ ਥਰੂ ਕਹਿੰਦੇ ਜੋ ਕਾਸਟ ਆ ਰਹੀ ਹੈ ਦੈਟ ਇਜ਼ ਆ SAC SMC ਨੂੰ ਮਿਡ ਪੁਆਇੰਟ ਤੇ ਕੱਟ ਕਰ ਰਹੀ ਹੈ। ਦੈਨ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜੀ T ਪੁਆਇੰਟ ਤੇ ਕੱਟ ਕਰ ਰਹੀ ਹੈ। TM ਇਜ਼ ਆ ਗਰੁੱਪ ਆਫ ਫਰਮਸ ਦੀ ਕੀ ਹੈ, ਕਾਸਟ, ਐਂਡ PM ਇਜ਼ ਆ ਗਰੁੱਪ ਆਫ ਫਰਮਸ ਦਾ ਰੈਵਨਿਊ ਹੈ। ਤਾਂ ਆਪਾਂ PM ਰੈਵਨਿਊ ਦੇ ਵਿੱਚੋਂ TM ਕਾਸਟ ਮਾਈਨਸ ਕਰਾਂਗੇ ਤਾਂ ਆਪਣੇ ਕੋਲ PT ਜੋ ਰੈਵਨਿਊ ਐਕਸਟਰਾ ਰੈਵਨਿਊ ਜੋ ਹੈ बच जाएगा। तो PT इज द सुपरनॉर्मल प्रॉफिट, ये प्रॉफिट है जो ग्रुप ऑफ फर्म्स लै रही ने जिथे ग्रुप इक्विलिब्रियम दे विच है। तो कह सकते हैं आप कि जो शेडेड एरिया है P डैश P T एंड T डैश दीज आर द ग्रुप इक्विलिब्रियम। एंड लॉन्ग रन इक्विलिब्रियम दे विच देख सकते हैं, लॉन्ग रन दे विच कहंदे की हुंदा है ओनली जो ग्रुप इक्विलिब्रियम है ग्रुप ऑफ फर्म्स ने वो नॉर्मल प्रॉफिट अर्न करनियां। तुसीं इत्थे देख सकते हो लॉन्ग रन दे विच ग्रुप इक्विलिब्रियम नूं ਤਾਂ AR ਤੇ MR ਲੈਫਟ ਰਾਈਟ ਡਾਊਨਵਰਡ ਹੈ। ਤਾਂ MC ਜਿਹੜੀ ਲੌਂਗ ਰਨ ਦੀ ਮਾਰਜਨਲ ਕਾਸਟ ਹੈ ਮਾਰਜਨਲ ਰੈਵਨਿਊ ਕਰਵ ਨੂੰ ਨੀਚੇ ਤੋਂ ਕੱਟ ਕਰ ਰਹੀ ਹੈ, ਦੈਟ ਪੁਆਇੰਟ ਇਜ਼ ਦ ਇਕੁਇਲਿਬਰੀਅਮ ਪੁਆਇੰਟ ਜਿੱਥੇ OM ਇਕੁਇਲਿਬਰੀਅਮ ਆਊਟਪੁੱਟ ਫਿਕਸ ਹੋਈ ਹੈ ਐਂਡ OP ਡੈਸ਼ ਇਕੁਇਲਿਬਰੀਅਮ ਪ੍ਰਾਈਸ ਫਿਕਸ ਹੋਇਆ ਹੈ। ਤਾਂ PM ਜਿਹੜੀ ਆਪਣੀ ਲੌਂਗ ਰਨ ਦੀ ਐਵਰੇਜ ਕਾਸਟ ਕਰਵ ਹੈ ਉਹ ਲੌਂਗ ਰਨ ਦੀ ਐਵਰੇਜ ਰੈਵਨਿਊ ਕਰਵ ਨੂੰ ਟੱਚ ਕਰਦੀ ਯੂ ਸ਼ੇਪ ਦੀ P ਪੁਆਇੰਟ ਤੇ ਜਾ ਰਹੀ ਹੈ। ਤਾਂ P ਪੁਆਇੰਟ ਇਜ਼ ਅ ਨਾਰਮਲ ਪ੍ਰੋਫਿਟ ਜਿੱਥੇ ਲੌਂਗ ਰਨ ਦਾ ਐਵਰੇਜ ਕਾਸਟ ਲੌਂਗ ਰਨ ਦੇ ਐਵਰੇਜ ਰੈਵਨਿਊ ਦੇ ਕੀ ਹੈ ਇਕੁਅਲ ਹੈ, ਮੀਨਸ ਨੋ ਪ੍ਰੋਫਿਟ ਨੋ ਲਾਸ। ਇੱਥੇ ਕਹਿੰਦੇ ਗਰੁੱਪ ਕੀ ਹੈ ਇਕੁਇਲਿਬਰੀਅਮ ਦੇ ਵਿੱਚ ਹੈ ਜਿੱਥੇ ਗਰੁੱਪ ਲੌਂਗ ਰਨ ਦੇ ਵਿੱਚ ਓਨਲੀ ਨਾਰਮਲ ਪ੍ਰੋਫਿਟ ਅਰਨ ਕਰੇਗਾ ਐਂਡ ਸ਼ਾਰਟ ਰਨ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਸਕਦਾ ਹੈ। ਦਿਸ ਇਜ਼ ਦ ਗਰੁੱਪ ਇਕੁਇਲਿਬਰੀਅਮ ਇਨ ਲੌਂਗ ਰਨ ਐਂਡ ਸ਼ਾਰਟ ਰਨ।
एंड द नेक्स्ट इज इक्विलिब्रियम विद सैलिंग कॉस्ट। हुण तुहानूं पता है कि सैलिंग कॉस्ट, व्हाट इज सैलिंग कॉस्ट? ਤਾਂ ਜਿਹੜਾ ਆਪਣਾ ਮੋਨੋਪੋਲਿਸਟਿਕ ਕੰਪੀਟੀਸ਼ਨ ਹੈ ਇਹਦੇ ਵਿੱਚ ਸੈਲਿੰਗ ਕਾਸਟ ਆਉਂਦੀ ਹੁੰਦੀ ਹੈ। ਸੈਲਿੰਗ ਕਾਸਟ ਦੀ ਇਕੁਇਲਿਬਰੀਅਮ ਪੋਜੀਸ਼ਨ ਦੇਖਾਂਗੇ। ਦ ਕੰਸੈਪਟ ਆਫ ਸੈਲਿੰਗ ਕਾਸਟ ਇਜ਼ ਬੇਸਡ ਔਨ ਦ ਫੋਲੋਇੰਗ ਟੂ ਅਜ਼ੰਪਸ਼ਨਸ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਵਾਟ ਇਜ਼ ਸੈਲਿੰਗ ਕਾਸਟ। ਕਹਿੰਦੇ ਫਰਮਸ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨਸ ਹੈਵ ਸਪੈਂਡ ਅ ਲੋਟ ਆਫ ਮਨੀ ਔਨ ਐਡਵਰਟਾਈਜ਼ਮੈਂਟ ਐਂਡ ਪਬਲਿਸਿਟੀ। ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਪ੍ਰੋਡਕਟ ਉਹਨਾਂ ਦਾ ਡਿਫਰੈਂਸ਼ੀਏਟ ਹੁੰਦਾ, ਪ੍ਰੋਡਕਟ ਦੂਸਰੇ ਨਾਲੋਂ ਡਿਫਰੈਂਟ ਹੁੰਦਾ, ਤਦ ਕਹਿੰਦੇ ਜ਼ਿਆਦਾ ਪੈਸਾ ਉਹਨਾਂ ਨੂੰ ਸੈਲਿੰਗ ਕਾਸਟ 'ਤੇ ਲਗਾਉਣਾ ਪੈਂਦਾ, ਜਿਹਦੇ ਥਰੂ ਉਹ ਐਡਵਰਟਾਈਜ਼ਮੈਂਟ ਅਤੇ ਪਬਲਿਸਿਟੀ ਕਰਦੀਆਂ ਨੇ ਆਪਣੇ ਪ੍ਰੋਡਕਟ ਦੀ, ਤਾਂ ਜੋ ਉਹਨਾਂ ਦੇ ਪ੍ਰੋਡਕਟ ਪਬਲਿਸ਼ ਪੁਸ਼ਿੰਗ ਹੋਵੇ, ਡਿਮਾਂਡ ਇਨਕਰੀਜ਼ ਹੋਵੇ ਉਹਨਾਂ ਦੇ ਪ੍ਰੋਡਕਟ ਦੀ, ਠੀਕ ਹੈ, ਅਤੇ ਉਹ ਕੰਪੀਟੀਸ਼ਨ ਨੂੰ ਕੰਪੀਟ ਕਰ ਸਕਣ। ਕਿਉਂਕਿ ਇੱਥੇ ਪ੍ਰੋਡਕਟ ਹੋਮੋਜੀਨੀਅਸ ਨਹੀਂ ਹੁੰਦਾ, ਅਤੇ ਸਾਰੇ ਕਸਟਮਰਸ ਨੂੰ ਪ੍ਰੋਡਕਟ ਬਾਰੇ ਫੁੱਲ ਨੌਲੇਜ ਨਹੀਂ ਹੁੰਦੀ, ਤਾਂ ਐਡਵਰਟਾਈਜ਼ਮੈਂਟ ਦੇ ਥਰੂ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ, ਦੱਸਿਆ ਜਾਂਦਾ ਹੈ ਕਿ ਤੁਸੀਂ ਇਸ ਪ੍ਰੋਡਕਟਸ ਨੂੰ ਲੈ ਸਕਦੇ, ਇਸ ਪ੍ਰੋਡਕਟ ਦੀ ਡਿਮਾਂਡ ਕਰ ਸਕਦੇ ਹੋ। ਦਸ ਕਹਿੰਦੇ ਆ ਲੋਟ ਆਫ ਮਨੀ ਨੂੰ ਯੂਜ਼ ਕੀਤਾ ਜਾਂਦਾ ਹੈ ਡਿਮਾਂਡ ਇਨਕਰੀਜ਼ ਕਰਨ ਦੇ ਲਈ ਥਰੂ ਐਡਵਰਟਾਈਜ਼ਮੈਂਟ, ਪਬਲਿਸਿਟੀ, ਸੇਲਸਮੈਨ, ਕਮਿਸ਼ਨਸ ਟੂ ਰਿਟੇਲਰਸ, ਗਿਫਟਸ, ਕੰਸੈਸ਼ਨਸ ਟੂ ਦਾ ਕਸਟਮਰਸ। ਇਹ ਦਿਸ ਇਜ਼ ਦਾ ਸੈਲਿੰਗ ਕਾਸਟ। ਆਪਾਂ ਇਹਨੂੰ ਕੀ ਕਹਿੰਦੇ ਆ? ਸੈਲਿੰਗ ਕਾਸਟ ਕਹਿੰਦੇ ਆ। ਇਸੇ ਦੇ ਥਰੂ ਹੀ ਜਿਹੜਾ ਮੋਨੋਪੋਲਿਸਟਿਕ ਕੰਪੀਟੀਸ਼ਨ ਹੈ ਇਹਦੇ ਵਿੱਚ ਆਪਣੇ ਕੰਪੀਟੀਟਰਸ ਨੂੰ ਹਰਾਇਆ ਜਾ ਸਕਦਾ ਹੈ। ਤਾਂ ਅਜ਼ੰਪਸ਼ਨਸ ਕੀ ਹੁੰਦੀਆਂ ਨੇ? ਕਹਿੰਦੇ ਕੀ ਅਜ਼ੰਪਸ਼ਨਸ ਨੇ ਜਦੋਂ ਸੈਲਿੰਗ ਕਾਸਟ ਕੀਤੀ ਜਾਂਦੀ ਹੈ ਕਿ ਡਿਮਾਂਡ ਐਂਡ ਟੇਸਟ ਕੈਨ ਬੀ ਚੇਂਜ, ਕਿ ਆਪਾਂ ਐਡਵਰਟਾਈਜ਼ਮੈਂਟ ਤੇ ਪੈਂਪਲੇਟਸ ਤੇ ਨਿਊਜ਼ ਦੇ ਥਰੂ ਆਪਣੇ ਕਸਟਮਰਸ ਦਾ ਡਿਮਾਂਡ ਤੇ ਟੇਸਟ ਚੇਂਜ ਕਰ ਸਕਦੇ ਹਾਂ। ਐਂਡ ਬਾਇਰਸ ਡੂ ਨਾਟ ਹੈਵ ਫੁੱਲ ਨੌਲੇਜ, ਪੂਰੇ ਬਾਇਰਸ ਨੂੰ ਫੁੱਲ ਨੌਲੇਜ ਨਹੀਂ ਹੁੰਦੀ। ਆਪਣੇ ਪ੍ਰੋਡਕਟਸ ਦੇ ਥਰੂ ਸੈਲਿੰਗ ਕਾਸਟ ਦੇ ਥਰੂ ਅਸੀਂ ਫੁੱਲ ਨੌਲੇਜ ਦੇ ਕੇ ਉਹਨਾਂ ਨੂੰ ਅਵੇਅਰ ਕਰਕੇ ਆਪਣੇ ਪ੍ਰੋਡਕਟ ਦੀ ਡਿਮਾਂਡ ਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਥੀਸ ਆਰ ਦਾ ਟੂ ਅਜ਼ੰਪਸ਼ਨਸ ਜਿਹੜੀਆਂ ਆਪਾਂ ਮੰਨ ਕੇ ਚੱਲਦੇ ਹਾਂ। ਤਦ ਇਹ ਕਹਿੰਦੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜਾ ਇੱਕ ਸੈਲਰਸ ਉਹ ਕੀ ਕਰਦਾ? ਸੈਲਿੰਗ ਕਾਸਟ ਕਰਦਾ ਹੈ। ਤਾਂ ਇੱਥੇ ਕਹਿੰਦੇ ਦੇਰ ਆਰ ਦਾ ਡਿਫਰੈਂਸ ਬਿਟਵੀਨ ਸੈਲਿੰਗ ਕਾਸਟ ਐਂਡ ਪ੍ਰੋਡਕਸ਼ਨ ਕਾਸਟ। ਪ੍ਰੋਡਕਸ਼ਨ ਕਾਸਟ ਤੇ ਸੈਲਿੰਗ ਕਾਸਟ ਦੇ ਵਿੱਚ ਡਿਫਰੈਂਸ ਹੁੰਦਾ ਹੈ। ਜਿਹੜੀ ਪ੍ਰੋਡਕਸ਼ਨ ਕਾਸਟ ਹੈ ਗੁਡਸ ਦੀ ਪ੍ਰੋਡਕਸ਼ਨਸ ਤੇ ਕੀਤੀ ਜਾਂਦੀ ਹੈ, ਆਪਣੀਆਂ ਜਿਹੜੇ ਕਸਟਮਰਸ ਨੇ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਦੇ ਲਈ, ਉਹਨਾਂ ਨੂੰ ਪ੍ਰੋਡਕਟ ਨੂੰ ਪ੍ਰੋਵਾਈਡ ਕਰਨ ਦੇ ਲਈ। ਲੇਕਿਨ ਜਿਹੜੀ ਸੈਲਿੰਗ ਕਾਸਟ ਹੈ ਇਹ ਕਸਟਮਰਸ ਦੀਆਂ ਹੈਬਿਟਸ, ਟੇਸਟ ਤੇ ਪ੍ਰੈਫਰੈਂਸ ਨੂੰ ਚੇਂਜ ਕਰਨ ਦੇ ਲਈ ਕੀਤੀ ਜਾਂਦੀ ਹੈ, ਆਫਟਰ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਤੇ ਪ੍ਰੋਡਕਸ਼ਨ ਦੇ ਫੈਕਟਰ ਪ੍ਰੋਡਕਸ਼ਨਸ ਤੇ ਜੋ ਵੀ ਖਰਚਾ ਹੁੰਦਾ ਹੈ, ਲੈਂਡ, ਲੇਬਰ, ਕੈਪੀਟਲਸ, ਉਹ ਦਿੱਤਾ ਜਾਂਦਾ ਹੈ। ਲੇਕਿਨ ਸੈਲਿੰਗ ਕਾਸਟ ਦੇ ਥਰੂ ਅਨਾਉਂਸਮੈਂਟਸ ਜੋ ਹੈ ਆਪਾਂ ਕਰਦੇ ਹਾਂ, ਰੇਡੀਓ, ਟੀਵੀ, ਨਿਊਜ਼ਪੇਪਰਸ, ਠੀਕ ਹੈ, ਪੈਂਪਲੇਟਸ, ਸੇਲਸਮੈਨ, ਆਫਿਸਰਸ, ਬੱਸਸ, ਰੇਲ ਕੋਚਿਸ ਦੇ ਵਿੱਚ ਕਹਿੰਦੇ ਉਹਨਾਂ ਤੇ ਜੋ ਵੀ ਹੈ ਖਰਚਾ ਹੁੰਦਾ ਹੈ। ਤਾਂ ਪਰਪਸ ਕੀ ਹੁੰਦਾ ਹੈ? ਆਪਣਾ ਪ੍ਰੋਡਕਸ਼ਨ ਕਾਸਟ ਦਾ ਪ੍ਰੋਡਕਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ, ਸਪਲਾਈ ਜ਼ਿਆਦਾ ਕਰਨਾ ਡਿਮਾਂਡ ਦੇ ਅਕੋਰਡਿੰਗ, ਐਂਡ ਸੈਲਿੰਗ ਕਾਸਟ ਦਾ ਡਿਮਾਂਡ ਨੂੰ ਇਨਕਰੀਜ਼ ਕਰਨਾ, ਠੀਕ ਹੈ। देयर इज अ डिफरेंस बिटवीन प्रोडक्शन कॉस्ट एंड सैलिंग कॉस्ट। उस तो बाद जी अपनी एवरेज सैलिंग कॉस्ट है, सैलिंग कॉस्ट अपनी की होंगी है यू शेप की होंगी है। तुसी इत्थे देख सकते हो जी अपनी सैलिंग कॉस्ट है वो यू शेप की है, APC, ठीक है। एवरेज सैलिंग कॉस्ट लोग बोल सकते हैं ACC, दिस इज द यू शेप्ड कॉस्ट। तो सैलिंग कॉस्ट एंड फर्म्स इक्विलिब्रियम देखना है, इक्विलिब्रियम विद सैलिंग कॉस्ट। तो तुसी देख सकते हो स्टडी फॉर्म इक्विलिब्रियम अंडर मोनोपोलिस्टिक कंपटीशन विद विच एज्यूम किया गया है प्राइस ऑफ द कमोडिटी एंड सैलिंग कॉस्ट बोथ अंडरगो अ चेंज। ਜਦੋਂ ਕਹਿੰਦੇ ਆਪਣੇ ਪ੍ਰੋਡਕਟ ਦੀ ਸੈਲਿੰਗ ਕਾਸਟ ਇਨਕਰੀਜ਼ ਹੁੰਦੀ ਹੈ ਤਾਂ ਪ੍ਰਾਈਸ ਵੀ ਕੀ ਹੁੰਦੀ ਆ? ਚੇਂਜ ਹੁੰਦੀ ਆ। Firms has to decide about the price of the commodity and selling cost to include the facilitated study is assumed that demand for the product increases due to increase in the selling cost। तो ये assume किया गया है कि अगर selling cost increase होएगी तो अपने प्रोडक्ट की डिमांड भी increase होएगी। अपनी जी डिमांड कर्व है, एवरेज रेवेन्यू कर्व है, वो राइट साइड शिफ्ट होएगी जिदे करके प्राइसेस इंक्रीज होणगे, जिदे करके अपन नूं की होएगा? प्रॉफिट होएगा, सुपर नॉर्मल प्रॉफिट होएगा। जिवें कि तुसीं इस डायग्राम दे विच देख सकते हो, ओ एक्स अक्ष ते आउटपुट दिखाई हुई है, ओ वाई ते प्राइस एंड कॉस्ट दिखाई हुई है। तो मोनोपोलिस्टिक का ये कहना है कि अगर सैलिंग कॉस्ट इंक्रीज होएगी प्रोडक्शन ते तब किया अपनी जो भी है एवरेज रेवेन्यू मींस डिमांड इंक्रीज होएगी, जिहदे थ्रू प्राइस इंक्रीज होएगा। तो जिन्ना प्राइस इंक्रीज होएगा दैट इज अ सुपर नॉर्मल प्रॉफिट, जो कि तुसीं इस डायग्राम दे विच देख सकते हो। तो इत्थे सब तो पहला अज्यूम किया गया है कि अपनी जिहड़ी डिमांड है, डिमांड कर्व है वो कितनी है? D1 मींस D1 है, मींस एवरेज रेवेन्यू कर्व AR1 है, ठीक है। D1 डिमांड ते एवरेज रेवेन्यू AR1 है। ते जिहड़ी अपनी अगर आप एवरेज सैलिंग कॉस्ट कर रहे हैं दैट इज अ APC। तो एवरेज सैलिंग कॉस्ट करन दे नाल जिहड़ा अपना टोटल कॉस्ट है
वो कितनी है RM, लेकिन जो अपना रेवेन्यू है दैट इज अ QM। ਤਾਂ QM ਦੇ ਵਿੱਚੋਂ RM ਮਾਈਨਸ ਕਰਾਂਗੇ दैट ਕੀ ਬਚ ਗਿਆ ਆਪਣੇ ਕੋਲ QR ਬਚ ਗਿਆ। ਤਾਂ QR ਇਜ਼ ਅ ਸੁਪਰ ਨਾਰਮਲ ਪ੍ਰੋਫਿਟ। ਤੇ ਉਸ ਤੋਂ ਬਾਅਦ ਕਹਿੰਦੇ ਕੀ ਆ ਆਪਾਂ ਨੇ ਫਿਰ ਸੈਲਿੰਗ ਕਾਸਟ ਇਨਕਰੀਜ਼ ਕੀਤੀ। ਸੈਲਿੰਗ ਕਾਸਟ ਇਨਕਰੀਜ਼ ਕਰਕੇ ਆਪਾਂ ਨੇ ACC1 ਕਰ ਦਿੱਤੀ, ਜਿਹਦੇ ਥਰੂ ਆਪਣੀ ਜਿਹੜੀ ਡਿਮਾਂਡ ਹੈ ਉਹ ਇਨਕਰੀਜ਼ ਹੋ ਕੇ ਕਿੰਨੀ ਹੋ ਗਈ D1 ਤੋਂ D2 AR2 ਹੋ ਗਈ। डिमांड कब अपवर्ड शिफ्ट हुई, डिमांड कब अपवर्ड शिफ्ट होने करके आउटपुट इंक्रीज होके M तो M1 होगी एंड प्राइसेस इंक्रीज होके S1 तो जो S1 से पहला कितना हो गया P1 हो गया। ठीक है, तब प्राइस इंक्रीज P1 हो गया मींस Q1 M1 इज द प्राइस मींस एवरेज रेवेन्यू एंड R1 M1 इज द कॉस्ट। तब की अपना Q1 M1 ਦੇ ਵਿੱਚੋਂ R1 M1 ਮਾਈਨਸ ਕਰਾਂਗੇ ਤਾਂ Q1 R1 S1 P1 is a super normal profit। जो एवरेज जी एडवर्टाइजमेंट कॉस्ट है ਉਹਦੇ ਕਰਕੇ ਸਾਡੀ ਜਿਹੜੀ ਹੈ ਰੈਵਨਿਊ ਇਨਕਰੀਜ਼ ਹੋਇਆ ਹੈ, ਡਿਮਾਂਡ ਇਨਕਰੀਜ਼ ਹੋਈ ਆ। ਉਸ ਤੋਂ ਬਾਅਦ ਫਿਰ ਕਹਿੰਦੇ ਆਪਣਾ ਜਿਹੜਾ ਹੈ ਕਾਸਟ ਇਨਕਰੀਜ਼ ਹੋਏਗੀ ACC2 ਜਿਹੜੀ ਸੈਲਿੰਗ ਕਾਸਟ ਹੈ ਇਨਕਰੀਜ਼ ਹੋ ਕੇ AC22 होगी, जिसके करके जी अपनी डिमांड है वो भी इंक्रीज होगी, D3 होगी, D2 टू अपवर्ड इंक्रीज होगी, AR3 अपना रेवेन्यू भी इंक्रीज होया। ਤੇ ਇੱਥੇ ਕੀ ਹੈ ਕਹਿੰਦੇ ਜਿਹੜੀ ਆਪਣੀ ਕੁਆਂਟੀਟੀ ਹੈ ਇਨਕਰੀਜ਼ ਹੋ ਕੇ QM1 ਤੋਂ M2 ਹੋਗੀ ਤੇ ਜਿਹੜੀ ਆਪਣਾ ਰੈਵਨਿਊ ਹੈ ਉਹ ਇਨਕਰੀਜ਼ ਹੋ ਗਈ ਮੀਨਸ ਪ੍ਰਾइस ਇਨਕਰੀਜ਼ ਹੋ ਕੇ S2 ਤੋਂ P2 ਹੋਗੀ। डिमांड इंक्रीज होने के नाल जिहदे करके एवरेज रेवेन्यू Q2 M2 है एंड अपनी जी कॉस्ट है R2 M2 है। अपना जो एवरेज रेवेन्यू है Q2 M2 ਉਹਦੇ ਵਿੱਚੋਂ ਆਪਾਂ ਜਿਹੜੀ ਕਾਸਟ ਹੈ R2 M2 ਮਾਈਨਸ ਕਰਾਂਗੇ Q2 R2 ਸਾਡੇ ਕੋਲ ਰਹਿ ਜਾਏਗਾ। ਦਿਸ ਇਜ਼ ਅ ਸੁਪਰ ਨਾਰਮਲ ਪ੍ਰੋਫਿਟ ਜੋ ਸ਼ੇਡਡ ਰੈਡ ਏਰੀਆ ਹੈ। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਆਪਾਂ ਸੈਲਿੰਗ ਕਾਸਟ ਇਨਕਰੀਜ਼ ਕਰਾਂਗੇ ਸਾਡੀ ਡਿਮਾਂਡ ਕਬ ਅਪਵਰਡ ਸ਼ਿਫਟ ਜਾਏਗੀ, ਜਿਹਦੇ ਕਰਕੇ ਪ੍ਰਾਈਸ ਵੀ ਹਾਈ ਹੋਣਗੇ, ਐਵਰੇਜ ਰੈਵੇਨਿਊ ਜ਼ਿਆਦਾ ਹੋਏਗਾ, ਜਿਹਦੇ ਕਰਕੇ ਸਾਨੂੰ ਹਰ ਇੱਕ ਫਰਮ ਨੂੰ ਕੀ ਹੈ ਸੁਪਰ ਨਾਰਮਲ ਪ੍ਰੋਫਿਟ ਅਰਨ ਹੋਏਗਾ ਜੋ ਸੈਲਿੰਗ ਕਾਸਟ ਇਨਕਰੀਜ਼ ਕਰੇਗੀ, ਕਿਉਂਕਿ ਇਹਦੇ ਥਰੂ ਐਡਵਰਟਾਈਜ਼ਮੈਂਟ ਦੇ ਥਰੂ ਪੈਂਪਲੇਟਸ ਦੇ ਥਰੂ ਡਿਮਾਂਡ ਵੀ ਇਨਕਰੀਜ਼ ਹੋਏਗੀ। ਐਂਡ ਦ ਨੈਕਸਟ ਇਜ਼ परफेक्ट कंपटीशन, मोनोपोली एंड मोनोपोलिस्टिक कंपटीशन कंपैरिजन। कहते जिन्ने भी अपने प्राइस एंड आउटपुट डिटरमिनेशंस देखे है 3 टाइप्स ऑफ मार्केट फर्म्स के विच उन्हां दे विच कंपैरिजन किया गया है। सब तो पहला स्ट्रक्चरल डिफरेंस, कहते इन्हां दी जिहड़ी स्ट्रक्चर है उहदे विच की हुंदा डिफरेंट हुंदा। स्ट्रक्चरल डिफरेंस दे विच मतलब की है कि परफेक्ट कंपटीशन दे विच लार्ज नंबर ऑफ बायर्स ते सैलर हुंदे ने, मोनोपोली दे विच ओनली अ सिंगल सैलर्स ते लार्ज नंबर ऑफ बायर्स एंड मोनोपोलिस्टिक ਦੇ ਵਿੱਚ ਕੀ ਹੁੰਦਾ ਹੈ few sellers means large number of sellers and buyers ਹੁੰਦੇ ਨੇ। ਠੀਕ ਹੈ, ਤੇ ਨੈਕਸਟ ਇਜ਼ ਅ ਬਿਹੇਵੀਅਰ ਡਿਫਰੈਂਸ। ਕਹਿੰਦੇ ਇਹਦੇ ਬਿਹੇਵੀਅਰਸ ਦੇ ਵਿੱਚ ਡਿਫਰੈਂਸ ਹੁੰਦਾ ਹੈ। ਕਹਿੰਦੇ ਜਿਹੜੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿੰਨੇ ਵੀ ਸੈਲਰਸ ਨੇ ਉਹ ਹੋਮੋਜੀਨੀਅਸ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਦੇ ਨੇ। ਮੈਕਸਿਮਮ ਪ੍ਰੋਫਿਟ ਹੈ ਜਿਹੜਾ ਉਹ ਆਪਣੇ ਪ੍ਰਾਈਸਿਸ ਦੇ ਥਰੂ ਡਿਮਾਂਡ ਇਨਕਰੀਜ਼ ਕਰਕੇ ਕਹਿੰਦੇ ਮੇਨ ਏਮ ਹੁੰਦਾ ਪ੍ਰੋਫਿਟ ਗੇਨ ਕਰਨਾ। मोनोपोली ਦੇ ਵਿੱਚ ਕਹਿੰਦੇ ਕਿ ਆਪਣੀ ਡਿਮਾਂਡ ਇਨਕਰੀਜ਼ ਕਰਨਾ, ਪ੍ਰਾਈਸਿਸ ਇਨਕਰੀਜ਼ ਕਰਕੇ ਪ੍ਰਾਈਸਿਸ ਇਨਕਰੀਜ਼ ਐਂਡ ਡਿਮਾਂਡ ਇਨਕਰੀਜ਼ ਦੋਨਾਂ ਦੇ ਥਰੂ ਪ੍ਰੋਫਿਟ ਗੇਨ ਕਰਨਾ। ਐਂਡ ਮੋਨੋਪੋਲਿਸਟਿਕ ਦੇ ਵਿੱਚ ਆਪਣੇ ਪ੍ਰੋਡਕਟ ਦੀ ਕੀ ਆ ਪ੍ਰਾਈਸ ਦੀ ਜਗ੍ਹਾ ਤੇ ਓਨਲੀ ਡਿਮਾਂਡ ਨੂੰ ਇਨਕਰੀਜ਼ ਕਰਨਾ। एंड ऑप्टिमम कैपेसिटी एंड सब ऑप्टिमल कैपेसिटी ऑफ प्रोडक्शंस कहते जो परफेक्ट कंपीटिशन है वो कहते ऑप्टिमम कैपेसिटी जी यूज़ नहीं की जाती। सब जी है मोनोपोली ऑप्टिमम कैपेसिटी यूज़ की जाती है। एंड मोनोपोलिस्टिक भी सप्लाई कर्व परफेक्ट कंपीटिशन जी सप्लाई कर्व है वो अपनी इंडस्ट्री पर डिपेंड करती है। मोनोपोली हर एक सैलर है जो वन सैलर है वो सप्लाई उस अपने अकॉर्डिंग करता कॉस्ट के प्राइस को देखते हुए। मोनोपोलिस्टिक कंपीटिशन भी सप्लाई डिमांड ਨੂੰ ਦੇਖਦੇ ਹੋਏ ਹੀ ਕੀਤੀ ਜਾਂਦੀ ਹੈ। ਐਂਡ ਦ ਨੈਕਸਟ ਕੀ ਇਹਦੇ ਵਿੱਚ ਨੇਚਰ ਆਫ ਦ ਪ੍ਰੋਡਕਟਸ ਜਿਹੜੇ ਆਪਣੇ ਪਰਫੈਕਟ ਕੰਪੀਟੀਸ਼ਨ ਹੈ ਉਹਦੇ ਵਿੱਚ ਹੋਮੋਜੀਨੀਅਸ ਪ੍ਰੋਡਕਟਸ ਨੇ ਜਿਹੜੇ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ। ਸਾਰੇ ਜਿਹੜੇ ਆਪਣੇ ਸੈਲਰਸ ਨੇ ਸੇਮ ਪ੍ਰੋਡਕਟ ਪ੍ਰੋਡਿਊਸ ਕਰਦੇ ਨੇ। ਮੋਨੋਪੋਲੀ ਦੇ ਵਿੱਚ ਕਹਿੰਦੇ ਇੱਕ ਪ੍ਰੋਡਕਟ ਪ੍ਰੋਡਿਊਸ ਕੀਤਾ ਜਾਂਦਾ ਜੋ ਡਿਫਰੈਂਟ ਟਾਈਪ ਦਾ ਹੁੰਦਾ ਹੈ ਜਿਹਦਾ ਲਾਇਸੈਂਸ ਤੇ ਪੇਟੈਂਟ ਦਿੱਤਾ ਹੁੰਦਾ ਹੈ। ਐਂਡ ਮੋਨੋਪੋਲਿਸਟਿਕ ਦੇ ਵਿੱਚ ਵੀ ਕਹਿੰਦੇ ਕੀ ਹੁੰਦਾ ਹੈ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ ਹੈ। एंड उस तो बाद नंबर ऑफ बायर्स ते सैलर्स तुहानूं पता ही है। एंड उस तो बाद डिग्री ऑफ नॉलेज कहते जिहड़े परफेक्ट कंपीटिशन विच प्रोडक्शन की जाती है उहदी बायर्स नूं परफेक्ट नॉलेज हुंदी है, पूरी नॉलेज हुंदी है कि कितना प्राइस है। एंड मोनोपोली दे विच भी कहते नॉलेज हुंदी है एंड पूरी तरह लेकिन नहीं हुंदी। मोनोपोलिस्टिक दे विच इनपरफेक्ट नॉलेज हुंदी है, प्रॉपर नॉलेज बिल्कुल ही नहीं
ਹੁੰਦੀ। ਕਹਿੰਦੇ ਨੇਚਰ ਆਫ ਡਿਮਾਂਡ ਕਰਵ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੈ ਐਕਸ ਐਕਸਿਸ ਦੇ ਪੈਰਲਲ ਹੁੰਦੀ ਹੈ ਕਿਉਂਕਿ ਇੰਡਸਟਰੀ ਦੁਆਰਾ ਪ੍ਰਾਈਸ ਫਿਕਸ ਕੀਤਾ ਜਾਂਦਾ ਹੈ। ਮੋਨੋਪੋਲੀ ਦੇ ਵਿੱਚ ਏਆਰ ਕਰਵ ਲੈਫਟ ਰਾਈਟ ਡਾਊਨਵਰਡ ਹੁੰਦੀ ਹੈ, ਡਾਊਨਵਰਡ ਸਲੋਪਿੰਗ, ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਵੀ ਡਾਊਨਵਰਡ ਸਲੋਪਿੰਗ ਹੁੰਦੀ ਹੈ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਏਆਰ ਕਰਵ ਮੋਨੋਪੋਲੀ ਦੇ ਨਾਲੋਂ ਜ਼ਿਆਦਾ ਕੀ ਹੋਏਗੀ, ਮੋਰ ਇਲਾਸਟਿਕ ਹੋਏਗੀ। एंड उस तो बाद डिसीजनस कहते फर्म्स अपने अकॉर्डिंग आप लेंदे ने, लेकिन प्राइस कहते जो फिक्स किया जाता परफेक्ट कंपटीशन दे विच इंडस्ट्री के द्वारा फिक्स किया जाता है। तो परफेक्ट कंपटीशन दे विच जिन्नियां भी फर्म्स ने वो प्राइस टेकर होंदियां ने, नॉट अ प्राइस मेकर। लेकिन मोनोपोली ते मोनोपोलिस्टिक दे विच प्राइसेस जेहड़ियां अपनियां फर्म्स ने वो आप फिक्स करदियां ने, ठीक है। तद कहते हो कि होंदियां ने प्राइस मेकर नॉट अ प्राइस टेकर, क्योंकि प्राइस ते सप्लाई ते मोनोपोली ते मोनोपोलिस्टिक दे विच की हुंदा है, पूरा कंट्रोल हुंदा है। परफेक्ट कंपटीशन दे विच शॉर्ट रन दे विच कहंदे ते मोनोपोली ते मोनोपोलिस्टिक दे विच तिन्ने फर्म सुपर नॉर्मल प्रॉफिट ते लॉस मिनिमम लॉस अर्न करदियां ने। लेकिन लॉन्ग रन दे विच इनदे विच डिफरेंस है। परफेक्ट कंपटीशन दे विच ओनली नॉर्मल प्रॉफिट, मोनोपोली दे विच सुपर नॉर्मल प्रॉफिट, एंड मोनोपोलिस्टिक दे विच की है नॉर्मल प्रॉफिट अर्न किया जाता है। ते उस तो बाद की है थ्योरी ऑफ एक्सेस कैपेसिटी अंडर मोनोपोलिस्टिक कंपटीशन। कहते जी एक्सैस कैपेसिटी है, एक्सैस कैपेसिटी कहते जी प्रोडक्ट प्रोड्यूस की जाती है। तुम इतने देख सकते हो एक्सैस कैपेसिटी कहते इन द लॉन्ग रन इक्विलिब्रियम अंडर मोनोपोलिस्टिक कंपटीशन द ग्रुप ऑफ फर्म्स कैरेक्टराइज्ड बाय एक्सैस कैपेसिटी। कहते मोनोपोलिस्टिक के अंडर जिन्नियां भी फर्म्स ने जो प्रोडक्शन करदियां ने तो उहदे थ्रू एक्सैस कैपेसिटी की जाती है। तो एक्सैस कैपेसिटी इज द डिफरेंस बिटवीन ऑप्टिमम आउटपुट एंड द एक्चुअल आउटपुट इन द लॉन्ग रन इक्विलिब्रियम। Output optimum output of a firm have been regarding to be the output where long run average cost is minimum। कहते जिथे जेकर आप देखो आपने उतों तक लॉन्ग रन प्रोडक्शन करनी होंगी जिथे लॉन्ग रन एवरेज कॉस्ट की होंगी अपनी मिनिमम होती है। जब हम उतों तक प्रोडक्शन करिए तो अपनी प्रोडक्शन बहुत ज़्यादा की हो जाती है, इंक्रीज हो जाती है, इक्विलिब्रियम पॉइंट तो बाद हो जाती है। जिवें कि तुसीं इत्थे देख सकते हो एक्सैस कैपेसिटी का मतलब होंदा है एक्सैस कैपेसिटी इक्वल टू होंदी है ऑप्टिमम आउटपुट माइनस एक्चुअल आउटपुट। जो जिन्नी आप प्रोडक्शन कर सकते हैं उसके विचों जो प्रोडक्शन आप कर रहे होंगे आप माइनस करांगे तो जो बच जाएंगे दैट इज द एक्सैस कैपेसिटी। जिवें कि तुसीं इस डायग्राम में देख सकते हो ओ एक्स अक्ष ते आउटपुट लिता है, ओ वाई ते प्राइस एंड कॉस्ट लिखी हुई है, एंड जी एम आर ते अपनी एयर कर्व है मींस डी है लेफ्ट राइट डाउनवर्ड है। द एल एम सी लॉन्ग रन दी मार्जिनल कॉस्ट कर्व एक ग्रुप ऑफ फर्म्स के थ्रू ई पॉइंट ते जी है एम आर कर्व नूं कट करिए तो ई वन इज अ इक्विलिब्रियम पॉइंट। तो इतने अपना जो क्वांटिटी प्रोड्यूस हो रही है ओ क्यू वन हो रही है, एवरेज रेवन्यू ए वन पॉइंट थे, ठीक है। एंड उस तो बाद जो प्रोडक्शन कितनी कर रही है मींस एक्चुअल प्रोडक्शन कितनी है जो अपनी ग्रुप ऑफ फर्म्स कर रही है दैट इज अ क्यू वन। लेकिन वो कितनी प्रोडक्शन कर रही है जिथे ए सी माइनस है मींस मिनिमम है, एल ए सी जिथे लॉन्ग रन दी एवरेज कॉस्ट कर्व मिनिमम है, ई पॉइंट पे जिथे एवरेज ते मार्जिनल रेवन्यू कर्व नु टच कर रही है, ई पॉइंट इज द इक्विलिब्रियम पॉइंट जिथे एवरेज कॉस्ट मिनिमम है, उतो तक अपनी प्रोडक्शन नु इंक्रीज कर सकती है। ग्रुप ऑफ फर्म्स मींस मोनोपोलिस्टिक कंपटीशन दे विच ग्रुप ऑफ फर्म्स ओ क्यू प्रोडक्शन तक प्रोडक्शन इंक्रीज कर सकदियां ने जिथे ए सी मिनिमम है, लेकिन वो एक्चुअल दे विच प्रोडक्शन कितनी कर रही ने क्यू वन कर रही ने, दैट इज मींस ओ क्यू माइनस ओ क्यू वन जो अपने कोल बच गई प्रोडक्शन क्यू वन क्यू दैट इज अ एक्सैस कैपेसिटी कि हर एक फर्म है जी वो एक्सैस कैपेसिटी तो घट जी प्रोडक्शन है वो कर रही है क्योंकि उत्थे वो इक्विलिब्रियम की पोजीशन पे है, उहदे कोल प्रोडक्शन कैपेसिटी होर ज़्यादा है, लॉन्ग रन दे विच अपनी प्रोडक्शन होर ज़्यादा इंक्रीज हो कर सकती है। इसी अज का अपना टॉपिक जिहदे विच 3 मेन कंसैप्ट सीगे, एक तां सैलिंग कॉस्ट वाला जो प्रोडक्शन तो बाद की जाती है, प्रोडक्शन जिवें कि एडवरटाइजमेंट न्यूज़पेपर्स ते पैम्पलेट्स के थ्रू अपने कस्टमर्स को मोटिवेट करने लई डिमांड इंक्रीज करने लई, एंड जिहड़ा प्राइस एंड आउटपुट इक्विलिब्रियम सीगा डिटरमिनेशन सीगा जिहदे विच शॉर्ट रन दे विच सुपर नॉर्मल नॉर्मल एंड लॉस मिनिमम लॉस मोनोपोलिस्टिक फर्म्स नूं हो सकता है, एंड लॉन्ग रन दे विच ओनली है अपना नॉर्मल प्रॉफिट होएगा। इसी तरह जिहड़ा है ग्रुप इक्विलिब्रियम दे विच शॉर्ट रन दे विच सुपर नॉर्मल प्रॉफिट एंड लॉन्ग रन दे विच नॉर्मल प्रॉफिट होएगा। ते अज दा अपना ये टॉपिक इत्थे ही खत्म होंदा है। नैक्सट लैक्चर आपां कल करांगे ओलिगोपोली। धन्नवाद।